गुरु वाहिगुरु वाहिगुरु साहिब जी। साजन संत करहो एहो काम, आन त्याग जपो हर नाम। सिमर 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 सुख पावहो, आप जपो अवर है नाम जपावहो। भगत पाए तरिए संसार, बिन भगति तन होसी शार। सर्व कल्याण सुख निध नाम, बूढ़त जात पाए विश्राम। सगल दुख का होवत नाश, नानक नाम जपो गुणतास। सगल द्वार को छाड़ के, गयो तुहारो द्वार। बाह गहे की लाजे अस, गोबिंद दास तुहार। ज़हरा ज़हूर हाजरा हजूर, सर्व कला भरपूर समरथ गुरु लोक परलोक दे रखियक। ज्ञान दे सागर दसां पातशाहियां भगतां प्यारिਆਂ ਦੀ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੇ ਸਾਧ ਸੰਗਤ ਜੀ, ਧੰਨਤਾ ਦੇ ਯੋਗ ਭਾਗੇ ਹੋ ਕਿਰਪਾ ਕੀਤੀ ਹੈ ਮਹਾਰਾਜ ਜੀ ਨੇ। ਸਮਾਂ ਬਖਸ਼ਿਆ ਜੀਵਨ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜਨ ਦਾ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਦਾ। महाराज जी की बाणी का फरमान है, आवह सिख सत गुर के प्यारे हो गावो सच्ची बाणी। बाणी तो गावह गुरु केरी बाणी है सिर बाणी, जिनको नदर कर्म होवे हिरदे तिना समानी। महाराज जी फरमान कर रहे हैं, गुरु दे प्यारे हो भागां वाले आओ, अपने गुरु की अपने रब इष्ट की उपासना उसकी सिफत सलाह करो, उसकी याद विच बैठो, उसनूं चेते करो। जिवें असीं पढ़िया सी, सो क्यों विसरे जिन सब कुछ दिया, सो क्यों विसरे जे जीवन जिया। जिसने इन्ना कुछ दिता है उसनूं याद करो, उसदे कोल बैठे तुसीं सोहणे लगोगे। महाराज जी फरमान करते हैं, जिस पास बैठे हैं सोई सबना दा वेसा। उस सतगुर दे कोल पास गोद विच बैठे बहुत चंगे लगांगे तो सानू सतगुर की गोद का आनंद प्यार लाड़ जिहड़ा है जरूर प्राप्त होएगा, जरूर मिलेगा। इसलिए गुरु के शब्द नूं सरवण करना, गुरु की गोद जिथे मर्जी कोई बैठा शब्द सरवण करे, कीर्तन कथा सरवण करे, वो गुरु की गोद विच है। गुरु पातशाह नूं हाज़र नाज़र समझना ते गुरु की सिक्ख्या जां गुरु के शब्द नाल जुड़ना, गुरु की गोद। ये संसार सारा ही परमात्मा की गोद है, और उस गोद विच बैठ के आनंद लिया जा सकता है। परमात्मा जिहड़ा है वो प्रगट हुंदा उसदे अंदर है,
ਜਿਸ ਦਾ ਹਿਰਦਾ ਮਨ ਸਾਫ਼ ਹੈ। ਮਨ ਕਿਸ ਨੇ ਸਾਫ਼ ਕਰਨਾ? ਜਦੋਂ ਕਰਨਾ ਉਹ ਕਰ ਲਵੇ, ਉਦੋਂ ਹੀ ਉਸ ਨੂੰ ਉਸ ਦਾ ਰੱਬ ਪਰਮਾਤਮਾ ਜੋ ਵੀ ਕਹਿੰਦਾ ਹੈ ਉਹ ਉਹਨੂੰ ਮਿਲੇਗਾ, ਪ੍ਰਾਪਤ ਹੋਏਗਾ, ਦਿਸੇਗਾ, ਮਹਿਸੂਸ ਹੋਏਗਾ। ਪਰ ਇਹਦੇ ਲਈ ਉਸ ਨੂੰ ਆਪਣੇ ਆਪ ਨੂੰ ਚੇਂਜ ਕਰਨਾ ਪਏਗਾ, ਬਦਲਣਾ ਪਏਗਾ। ਉਸ ਨੂੰ ਆਪਣਾ ਮਨਮਤ ਦਾ ਰਸਤਾ ਛੱਡ ਕੇ ਗੁਰਮਤ ਦਾ ਰਸਤਾ ਅਪਣਾਉਣਾ ਪਏਗਾ। ਜਦੋਂ ਗੁਰਮਤ ਦੇ ਰਸਤੇ 'ਤੇ ਚੱਲੇਗਾ, ਫਿਰ ਹੌਲੀ ਹੌਲੀ ਆਪਣੇ ਆਪ, ਜਿਵੇਂ ਅਸੀਂ ਹੌਲੀ ਹੌਲੀ ਪਤਾ ਨਹੀਂ ਲੱਗਾ ਕਦੋਂ ਵੱਡੇ ਹੋ ਗਏ, ਕਦੋਂ 10, 20, 30, 40, 50, 60, 70, 80 ਸਾਲ ਦੇ ਹੋ ਗਏ, ਸਾਨੂੰ ਪਤਾ ਨਹੀਂ ਲੱਗਿਆ। ਬਸ ਇਹ ਤੱਕ ਰੱਬ ਬਾਰੇ ਵੀ ਗਿਆਨ ਜਿਹੜਾ ਇਸੇ ਤਰ੍ਹਾਂ ਪਤਾ ਲੱਗ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ ਕਦੋਂ ਉਹਦੇ ਬਾਰੇ ਪਤਾ ਲੱਗ ਗਿਆ। ਹੌਲੀ ਹੌਲੀ ਤੁਰੇ ਰਹੇ ਇਸ ਕਰਕੇ। ਸੋ ਜਦੋਂ ਤੁਰੇ ਰਹਾਂਗੇ, ਰਸਤਾ ਤੈਅ ਹੋਏਗਾ ਤੇ ਮੰਜ਼ਿਲ ਨੇੜੇ ਆਏਗੀ, ਤੇ ਇੱਕ ਦਿਨ ਮੰਜ਼ਿਲ ਨੂੰ ਪ੍ਰਾਪਤ ਕਰ ਲਵਾਂਗੇ। ਸ਼ਬਦ ਦੇ ਨਾਲ ਜਿਹੜੀ ਹੈ ਉਹ ਪ੍ਰੀਤ ਆ ਜਾਏ, ਸ਼ਬਦ ਦੇ ਨਾਲ ਸਾਡਾ ਮਨ ਜੁੜ ਜਾਏ। ਔਰ ਲੜੀਵਾਰ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਸ਼ਬਦ ਦੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ। ਪੰਕਤੀ ਹੈ ਪਹਿਲੀ, ਸਾਜਨ ਸੰਤ ਕਰੋ ਇਹੋ ਕਾਮ। ਮਹਾਰਾਜ ਜੀ ਫਰਮਾਨ ਕਰਦੇ ਨੇ, ਸੱਜਣੋ, ਸੰਤ ਜਨੋ, ਪਿਆਰਿਓ, ਇੱਕ ਕੰਮ ਕਰੋ, ਇੱਕ ਕੰਮ ਕਰੋ। ਕਿਹੜਾ? ਆਨ ਤਿਆਗ ਜਪੋ ਹਰ ਨਾਮ। ਝਮੇਲਿਆ ਨੇ ਸੰਸਾਰ ਦੇ ਵਿੱਚ ਜਿਹੜਾ ਕਈ ਥਾਈਂ ਮਨ ਨੂੰ ਲਾਈ ਬੈਠੇ ਹੋ, ਇਸ ਨੂੰ ਛੱਡ ਕੇ ਆਨ ਤਿਆਗ, ਸਾਰੇ ਹੀ ਫਾਲਤੂ ਕੰਮ ਜਿਹੜੇ ਉਹ ਛੱਡ ਕੇ ਜਪੋ ਹਰ ਨਾਮ। ਤੁਸੀਂ ਨਾਮ ਦੇ ਨਾਲ ਜੁੜੋ, ਨਾਮ ਦੇ ਨਾਲ ਪ੍ਰੀਤ ਕਰੋ। ਸਭ ਕੁਝ ਛੱਡ ਕੇ ਆਪਣੀ ਕਿਰਤ ਕਮਾਈ ਛੱਡ ਦੇਣੀ ਹੈ, ਆਪਣੇ ਫਰਜ਼ ਛੱਡ ਦੇਣੇ ਨੇ? ਨਹੀਂ, ਕਿਉਂਕਿ ਸਾਡਾ 24 ਘੰਟੇ ਦੇ ਵਿੱਚੋਂ ਬਹੁਤਾ ਸਮਾਂ ਫਜ਼ੂਲ ਕੰਮਾਂ ਦੇ ਵਿੱਚ ਲੱਗਦਾ। ਬੇਵਜ੍ਹਾ ਜਿਹੜੀਆਂ ਕਈ ਚੀਜ਼ਾਂ ਨੇ ਉੱਧਰ ਸਾਡਾ ਸਮਾਂ ਖਰਾਬ ਹੁੰਦਾ। ਉਸ ਸਮੇਂ ਬਾਰੇ ਮਹਾਰਾਜ ਜੀ ਕਹਿੰਦੇ ਨੇ, ਆਨ ਤਿਆਗ। ਬਹੁਤ ਹੀ ਅਨਮੋਲ ਸਮੇਂ ਨੂੰ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ, ਸਫਲ ਕਰ, ਸਫਲ ਕਰ। ਆਨ ਤਿਆਗ ਜਪੋ ਹਰ ਨਾਮ। ਸਿਮਰ 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 ਸੁਖ ਪਾਵਹੁ, ਆਪ ਜਪੋ ਅਵਰਹਿ ਨਾਮ ਜਪਾਓ। ਪਰਮਾਤਮਾ ਨੂੰ ਯਾਦ ਕਰਕੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸੁੱਖ ਪ੍ਰਾਪਤ ਜਾਂ ਹਾਸਲ ਕਰ ਸਕਦੇ ਹੋ। ਇਹਦੇ ਤੋਂ ਬਾਅਦ ਮਹਾਰਾਜ ਜੀ ਨੇ ਪੰਕਤੀ ਉਚਾਰਨ ਕੀਤੀ ਹੈ ਵੀ ਆਪ ਜਪੋ ਅਵਰਹਿ ਨਾਮ ਜਪੋ। ਉਹ ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਬਹੁਤ ਵੱਡਾ ਉਪਦੇਸ਼ ਹੈ ਸਾਨੂੰ, ਉਹ ਘਰ ਘਰ ਅੰਦਰ ਧਰਮਸਾਲ ਇਹ ਹੈ, ਹੋਵੇ ਕੀਰਤਨ ਸਦਾ ਵਸੋ। ਹਰ ਸਿੱਖ ਜਿਹੜਾ ਉਹ ਪ੍ਰਚਾਰਕ ਚਾਹੀਦਾ। ਜਿੰਨਾ ਕਿਸੇ ਨੂੰ ਗਿਆਨ ਹੈ ਉਸ ਨੂੰ ਉਸ ਗਿਆਨ ਨੂੰ ਵੰਡ ਦੇਣਾ ਚਾਹੀਦਾ। ਗਿਆਨ ਵੰਡਣ ਦੇ ਵਿੱਚ ਵਾਧਾ ਹੁੰਦਾ, ਗਿਆਨ ਨੂੰ ਕੋਲ ਰੱਖਣ ਵਿੱਚ ਵਾਧਾ ਨਹੀਂ ਹੁੰਦਾ। ਪੈਸਿਆਂ ਨੂੰ ਕਿਸੇ ਕੰਮ ਵਿੱਚ ਲਾ ਦੇਈਏ, ਉਹਦੇ ਵਿੱਚ ਵਾਧਾ ਹੁੰਦਾ। ਪਏ ਪੈਸੇ ਇੰਨੇ ਉਨੀ ਵੱਧਦੇ ਜਿੰਨੇ ਕਿਸੇ ਬਿਜ਼ਨਸ ਵਿੱਚ ਚੰਗੇ ਪਾਸੇ ਲਾ ਦਈਏ ਉੱਥੇ ਵੱਧਦੇ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਆਪ ਜਪੋ ਅਵਰਹਿ ਨਾਮ ਜਪਾਓ। ਆਪ ਵੀ ਜਪਣਾ ਹੈ ਤੇ ਦੂਸਰੇ ਨੂੰ ਵੀ ਜਪਾਉਣਾ ਹੈ। ਆਪ ਵੀ ਛਕਣਾ ਹੈ ਤੇ ਦੂਸਰੇ ਨੂੰ ਵੀ ਛਕਾਉਣਾ ਹੈ। ਆਪ ਵੀ ਧਰਨਾ ਹੈ, ਦੂਸਰੇ ਨੂੰ ਵੀ ਤਾਰਨਾ ਹੈ। ਆਪ ਵੀ ਤੁਰਨਾ ਹੈ ਤੇ ਦੂਸਰੇ ਦੀ ਬਾਂਹ ਫੜ ਕੇ ਉਹਨੂੰ ਵੀ ਤੋਰਨਾ। ਇਹ ਨਹੀਂ ਆਪ ਹੀ ਤੁਰਿਆ ਰਹੋ, ਨਹੀਂ, ਇਹ ਨਹੀਂ ਸਿਖਾਇਆ ਗਿਆ ਸਾਨੂੰ। ਸਾਨੂੰ ਨਾਲ ਲੈ ਕੇ ਚੱਲਣ ਨੂੰ ਕਿਹਾ ਹੈ। ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਸਾਰੇ ਭੈਣ ਭਰਾਵਾਂ ਨੇ ਮਹਾਰਾਜ ਜੀ ਕਹਿੰਦੇ ਇਕੱਠੇ ਹੋ ਕੇ ਸਤ ਸੰਗੀ ਬਣ ਕੇ ਚੱਲਣਾ, ਕੱਲੇ ਕੱਲੇ ਨਹੀਂ ਰਹਿਣਾ।
ਸਤ ਸੰਗੀਆਂ ਦੇ ਨਾਲ ਰਹਿਣਾ, ਹੋਰ ਕਿਸੇ ਦੇ ਨਾਲ ਨਹੀਂ। ਸੋ ਆਪ ਜਪੋ ਅਵਰਹਿ ਨਾਮ ਜਪਾਓ। ਦੇਖੋ ਕੋਈ ਵੀ ਚੰਗੀ ਗੱਲ ਹੈ, ਉਸ ਨੂੰ ਸ਼ੇਅਰ ਕਰਨਾ ਚਾਹੀਦਾ। ਅੱਜ ਇੰਟਰਨੈਟ ਦਾ ਯੁੱਗ ਹੈ। ਜੇ ਕਿਸੇ ਨੂੰ ਚੰਗਾ ਮੈਸੇਜ ਕੋਈ ਲੱਗਦਾ, ਉਸ ਨੂੰ ਸ਼ੇਅਰ ਕਰ ਦੇਵੇ ਦੂਸਰੇ ਦੇ ਨਾਲ। ਇਹ ਵੀ ਅੱਜ ਦੇ ਯੁੱਗ ਵਿੱਚ ਇਹ ਗੱਲ ਬਣ ਜਾਣੀ ਆ, ਆਪ ਜਪੋ ਅਵਰਹਿ ਨਾਮ ਜਪੋ। ਹੋ ਸਕਦਾ ਸ਼ੇਅਰ ਕੀਤਾ ਕੋਈ, ਅਸੀਂ ਭਾਵੇਂ ਪੂਰਾ ਸੁਣੀਏ ਨਾ, ਉਹ ਸਾਰਾ ਹੀ ਸੁਣ ਲਵੇ। ਇੱਦਾਂ ਹੁੰਦਾ, ਉਸ ਦਾ ਭਲਾ ਹੋ ਜਾਏ। ਇੱਕ ਪ੍ਰਚਾਰ ਦੇ ਵਿੱਚ ਸਾਡਾ ਹਿੱਸਾ ਪੈ ਗਿਆ, ਜਾਂ ਕਿਸੇ ਚੀਜ਼ ਨੂੰ ਲਾਈਕ ਕੀਤਾ ਜਾਵੇ, ਉਹ ਵੀ ਅੱਗੇ ਚਲੀ ਜਾਂਦੀ ਹੈ। ਇਹ ਪ੍ਰਚਾਰ ਪ੍ਰਸਾਰ ਅੱਜ ਇੰਟਰਨੈਟ ਦੇ ਯੁੱਗ ਰਾਹੀਂ ਹੋ ਰਿਹਾ ਹੈ। ਇਸ ਤਰ੍ਹਾਂ ਵੀ ਅਸੀਂ ਕਰ ਸਕਦੇ ਹਾਂ, ਜਾਂ ਜਿੱਥੇ ਅਸੀਂ ਬਹਿੰਦੇ ਹਾਂ, ਜਿੱਥੇ ਅਸੀਂ ਜੋਬ ਕਰਦੇ ਹਾਂ, ਜਿੱਥੇ ਅਸੀਂ ਜਾਂਦੇ ਹਾਂ, ਉੱਥੇ ਵੀ ਜਾ ਕੇ ਕੇਵਲ ਚੰਗੀ ਗੱਲ ਤੇ ਰੱਬ ਦੀ ਗੱਲ ਕੀਤੀ ਜਾਏ। ਆਪ ਜਪੋ ਅਵਰਹਿ ਨਾਮ ਜਪਾਓ। ਹੋਰ ਕੋਈ ਗੱਲ ਨਾ ਕੀਤੀ ਜਾਏ, ਦੁਨਿਆਵੀ ਗੱਲ ਨਾ ਕੀਤੀ ਜਾਏ। ਕਿਸੇ ਭੀੜ ਵਾਲੀ ਜਗ੍ਹਾ ਤੇ ਖਲੋਤੇ ਹੋਈਏ, ਕੋਈ ਦੂਸਰੀ ਗੱਲ ਨਾ ਕੀਤੀ ਜਾਏ, ਪਰ ਉੱਥੇ ਹੁੰਦੀਆਂ ਦੂਸਰੀਆਂ ਹੀ ਗੱਲਾਂ ਹਨ। ਇਸ ਚੀਜ਼ ਤੋਂ ਮਹਾਰਾਜ ਨੇ ਰੋਕ ਕੇ ਕਿਹਾ ਵੀ ਉਹ ਗੱਲ ਨਾ ਕੀਤੀ ਜਾਵੇ, ਰੱਬ ਦੀ ਗੱਲ ਕੀਤੀ ਜਾਵੇ, ਚੰਗੀ ਗੱਲ ਕੀਤੀ ਜਾਵੇ। ਆਪ ਜਪੋ ਅਵਰਹਿ ਨਾਮ ਜਪਾਓ। ਆਪ ਵੀ ਜੁੜੋ ਤੇ ਦੂਸਰਿਆਂ ਨੂੰ ਵੀ ਜੁੜੋ। ਆਪ ਵੀ ਹੱਸੋ ਤੇ ਦੂਸਰਿਆਂ ਨੂੰ ਵੀ ਹੱਸਾਓ। ਆਪ ਵੀ ਖਾਓ, ਦੂਸਰਿਆਂ ਨੂੰ ਵੀ ਖਵਾਓ। ਬਹੁਤ ਖੁਸ਼ ਰਹੋਗੇ, ਰਹਾਂਗੇ। ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਖੁਸ਼ ਰਹਾਂਗੇ। ਇਹ ਸੱਚੀ ਗੱਲ ਹੈ। ਭਗਤ ਭਾਏ ਤਰੀਏ ਸੰਸਾਰ। ਪ੍ਰਭੂ ਦੀ ਭਗਤੀ ਵਿੱਚ ਮਨ ਲਾਉਣ ਦੇ ਨਾਲ ਇਸ ਸੰਸਾਰ ਦੇ ਵਿੱਚੋਂ ਤਰ ਜਾਈ। ਰੋਜ਼ ਸਰਵਣ ਕਰਦੇ ਹਾਂ ਬਾਣੀ ਦੇ ਵਿੱਚ। ਜਿਹੜਾ ਗਿਆਨ ਹੈ ਉਹ ਸੰਸਾਰ ਦੀ ਨਾਸ਼ਵਾਨਤਾ ਤੇ ਪ੍ਰਮਾਤਮਾ ਕਿਵੇਂ ਸੱਤ ਹੈ, ਇਹਦੇ ਬਾਰੇ ਹੀ ਚੱਲਦਾ ਸਾਰਾ ਗਿਆਨ। ਸਾਰੀਆਂ ਬਾਣੀ ਦੀਆਂ ਪੰਕਤੀਆਂ ਮੁੜ ਕੇ ਉਧਰ ਹੀ ਸਾਨੂੰ ਲੈ ਕੇ ਜਾਂਦੀਆਂ। ਸੰਸਾਰ ਨਾਸ਼ਵਾਨ ਤੇ ਪ੍ਰਮਾਤਮਾ ਸੱਤ। ਜਿਹੜਾ ਦਿਸ ਨਹੀਂ ਰਿਹਾ ਉਹ ਸੱਤ, ਜਿਹੜਾ ਦਿਸ ਰਿਹਾ ਉਹ ਝੂਠ। ਇਹ ਚੀਜ਼ ਨੂੰ ਮੰਨਣਾ ਜਿਹੜਾ ਸਾਨੂੰ ਬਹੁਤ ਔਖਾ ਲੱਗਦਾ। ਜਿਹੜੀ ਚੀਜ਼ ਦਿਸ ਰਹੀ ਹੈ ਉਸ ਨੂੰ ਅਸੀਂ ਝੂਠ ਕਿਵੇਂ ਮੰਨੀਏ? ਸਾਹਮਣੇ ਹੈ। ਜਿਹੜੀ ਚੀਜ਼ ਦਿਸ ਨਹੀਂ ਰਹੀ ਉਸ ਨੂੰ ਅਸੀਂ ਕਿਵੇਂ ਮੰਨੀਏ? ਇਸ ਕਰਕੇ ਦਿਸ ਰਿਹਾ ਸੰਸਾਰ ਸਾਨੂੰ ਸੱਚਾ ਲੱਗਦਾ ਹੈ, ਔਰ ਜੋ ਦਿਸ ਨਹੀਂ ਰਿਹਾ ਉਹ ਸਾਨੂੰ ਝੂਠਾ ਲੱਗਦਾ। ਜੀਵਨ ਸਾਨੂੰ ਸੱਚਾ ਲੱਗਦਾ ਹੈ ਤੇ ਮੌਤ ਜਿਹੜੀ ਹੈ ਸਾਨੂੰ ਝੂਠੀ ਲੱਗਦੀ ਹੈ। ਅਸਲ ਵਿੱਚ ਮੌਤ ਸੱਚ ਹੈ, ਜੀਵਨ ਝੂਠਾ ਹੈ। ਜੀਵਨ ਇਹ ਟੈਂਪਰੇਰੀ ਇੱਕ ਐਸੀ ਯਾਤਰਾ ਹੈ ਜੋ ਕੁਝ ਸਮੇਂ ਦੇ ਲਈ ਹੈ, ਸਦੀ ਵੀ ਨਹੀਂ ਹੈ। ਜਾਂ ਰਹਿਣਾ ਨਾ ਹੀ ਹੈ ਤੇ ਜਗਤ ਤੱਕ। ਆਪ ਵੀ ਜੁੜੋ ਤੇ ਦੂਸਰੇ ਨੂੰ ਵੀ ਜੋੜੇ। ਭਗਤ ਭਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ। ਭਗਤੀ ਤੋਂ ਬਿਨਾ ਇਹ ਸਰੀਰ ਪਿੰਡ ਕਿਸੇ ਵੀ ਕੰਮ ਦਾ ਨਹੀਂ। ਇਹ ਸਰੀਰ ਪਿੰਡ ਕਿਸੇ ਵੀ ਕੰਮ ਦਾ ਨਹੀਂ, ਭਗਤੀ ਜਾਂ ਨਾਮ ਤੋਂ ਬਿਨਾ। ਇੱਥੇ ਅਸੀਂ ਇਹ ਸਵਾਲ ਰੱਖ ਸਕਦੇ ਹਾਂ, ਜਿਹੜੇ ਨਾਸਤਿਕ ਪੁਰਖ ਨੇ, ਜਿਹੜੇ ਬਹੁਤ ਤਰਕਵਾਦੀ ਨੇ, ਉਹ ਅੱਛੀ ਜੌਬ ਵੀ ਕਰਦੇ ਨੇ, ਚੰਗੇ ਸਾਧਨ ਵੀ ਆਪਣਾ ਉਹਨਾਂ ਨੂੰ ਮਿਲੇ ਨਹੀਂ। ਕਿਵੇਂ ਨਕਮੀ ਆ ਉਹਨਾਂ ਦਾ ਸਰੀਰ, ਕਿਵੇਂ ਨਕੰਮਾ। ਦੇਖੋ ਬੜੀ ਵਾਰ ਅਸੀਂ ਸਰਵਣ ਕਰ ਚੁੱਕੇ ਹਾਂ, ਜਿਸ ਨੂੰ ਸਭ ਕੁਝ ਮਿਲ ਕੇ ਸ਼ਾਂਤੀ ਨਾ ਮਿਲੀ ਉਹ ਨਕੰਮਾ ਹੀ ਹੈ। ਉਹਦੀਆਂ ਚੀਜ਼ਾਂ ਨਕੰਮੀਆਂ ਨੇ, ਕੰਮ ਨਹੀਂ ਆਈਆਂ। ਚੀਜ਼ ਤੇ ਉਹ ਜਿਹੜੀ ਕੰਮ ਆ ਜਾਏ, ਜਿਹੜੀ ਚੀਜ਼ ਸਾਨੂੰ ਸੁੱਖ ਤੇ ਸ਼ਾਂਤੀ ਦੇਵੇ ਉਹ ਕੰਮ ਵਾਲੀ ਹੈ। ਜਿਹੜੀ ਚੀਜ਼ ਸਾਨੂੰ ਪਰੇਸ਼ਾਨ ਕਰੇ ਨਕਮੀ ਹੋਈ। ਗੁਸਤਾਖੀ ਮਾਫ ਸਾਧਨ ਸਾਡੇ ਕੋਲ ਹੈ ਨੇ। ਗੱਡੀ ਕੱਢੀ ਦੀ ਬਾਹਰ ਤੁਰ ਪਈਦਾ ਜਦੋਂ ਖਰਾਬ ਹੁੰਦੀ ਹੈ। ਜੇ ਕਿਤੇ ਰਾਹ ਦੇ ਵਿੱਚ ਖਰਾਬ ਹੋ ਜਾਏ ਫਿਰ ਬੰਦਾ ਮੱਥੇ 'ਤੇ ਹੱਥ ਮਾਰਦਾ ਵੀ ਵਧੀਆ ਸੀ ਸਾਈਕਲ, ਵਧੀਆ ਸੀ ਪੈਦਲ, ਇਹ ਕੰਮ ਨਹੀਂ ਦਿੱਤਾ, ਇਸਨੇ ਸਾਨੂੰ ਧੋਖਾ ਦਿੱਤਾ। ਮਤਲਬ ਜਦੋਂ ਤੱਕ ਉਹ ਚੀਜ਼ ਸਾਨੂੰ ਸਹੂਲਤ ਦੇਗੀ ਅਸੀਂ ਉਸ ਨੂੰ ਚੰਗੀ ਕਹਾਂਗੇ। ਜਦੋਂ ਉਹ ਸਹੂਲਤ ਦੇਣੀ ਬੰਦ ਕਰ ਦੇਗੀ, ਖਰਾਬ ਹੋ ਜਾਏਗੀ ਜਾਂ ਸਾਨੂੰ ਧੋਖਾ ਦੇਵੇਗੀ, ਅਸੀਂ ਉਸ ਨੂੰ ਨਕਾਮੀ ਸਮਝ ਕੇ ਇੱਕ ਖੂੰਜੇ ਦੇ ਵਿੱਚ, ਨੁੱਕਰ ਵਿੱਚ, ਕੁਆੜ ਦੇ ਰੂਪ ਵਿੱਚ ਰੱਖ ਦੇਵਾਂਗੇ। ਉਹ ਜੀਵਨ ਨਿਕੰਮਾ ਹੈ।
जिस जीवन दे विच रब दा शुकराना नहीं, रब दे शुकराने तो बगैर किसी नूं भी अज तक शांति नहीं आई। चाहे वह नास्तिक है, चाहे कोई तर्कवादी है, चाहे कोई है। तर्क करना चाहिए, ये मतलब नहीं। रब तो ही नहीं कर देना चाहिए, प्यो तो नहीं कर देना चाहिए। होर जिहड़ियां गलत चीज़ां ने, कर्म कांड ने, उन्हां ते तर्क करना चाहिए। पर गुरु ग्रंथ साहब जी ते गुरु साहिबान ते गुरु दे जीवन ते ये तर्क करना मूर्खता है, अज्ञानता है। सो इसलिए गुरु पातशाह जी फरमान करते हैं, बिन भगती तन होसी शार। ये शरीर जिहड़ा है नाम तो बिना, भगती तो बिना किसी भी काम का नहीं, और इस तो बिना कल्याण नहीं है। सर्व कल्याण सूख निध नाम। प्रभु दे नाम दे नाल ही सारा साडा भला होएगा, हर तरह का। जिवें असीं गुरु नानक महाराज जी के जीवन नूं पिछले दिनों में थोड़ा थोड़ा पढ़ रहे हैं। राय बुलार जिहड़ा है वो बहुत बड़ा एक मालक है इलाके का। वो को सब सहूलतां ने, सारे साधन ने, पर वो फिर भी गुरु नानक महाराज जी के दर्शनों नूं तरसदा ही रहिंदा। अंदरों दे खिच बनी रही, कमी नहीं, पर फिर भी वो तरसदा। गुरु नानक देव जी तो बगैर वो रहिंदा नहीं, तरसदा, बहुत ज़्यादा तरसदा कि मैनू गुरु नानक महाराज जी के दर्शन होंदे रहन। क्योंकि उसनों पता लग गया भी गुरु नानक एक शब्द रूप है, अकाल पुरख रूप है। ते उसनों तकिया, उसकी संगत कीतियां मैनू जो कुछ प्राप्त होंदा है, वो मैनू मेरी माया दे विचों, मेरे परिवार दे विचों, मेरे रिश्तेदारां संबंधियों दे विचों मैनू वो चीज़ मिली नहीं, प्राप्त नहीं हुई। देखो गुरु घर दे विच सानू जो कुछ सुनाया जां दस्सिया जांदा है, सतगुरु सानू दसदे ने सारिआं। एक बहुत ही प्यारी चीज़ लगती, बड़े प्यारा ज्ञान लगता है, और सानू खुशी दिंदा है, सुकून दिंदा है, और सानू जीवन दे विच चलण दी एक आस दी किरण जां जाच ढंग तरीका दसदा है। ज्ञान बाणी या शब्द विचार। सो सर्व कल्याण सूख निध नाम। सुखां दा खजाना केवल नाम, ते एक कल्याण करदा, मतलब मनुख दा भला करदा। ते बूढ़त जात पाए विश्राम। ते ओ लोग जिहड़े ने डुबे होए ने जां डुबदे पए ने जां डुबना, बूढ़त जात पाए विश्राम, जां विकारां दे विच पए होण, किसी भी किस्म दे नाल जिहड़े डुबदे पए ने, पातशाह जी कहंदे उन्हां नूं सहारा ते टिकाणा मिल जांदा है। नाम नूं जपण दे नाल, नाम नूं सुणन दे नाल, नाम नूं कमाउण दे नाल जिंदगी लगन लग जाती, जिंदगी विच रस आउणा शुरू हो जाता है। जिंदगी दे विच परेशानी मुक जाती है, सुकून आना शुरू हो जाता है, शांति आनी शुरू हो जाती है। आखिरी पंक्ति, सगल दुख का होवत नास, नानक नाम जपो गुण तास। सगल दुख जिस सिमरत सुख होए, सगले दुख जाए। सगल दुख का होवत ना, सगल दुख मतलब होंदे ने सारे ही दुख, जिन्ने भी आद ब्याद उपाद कह लीए, मन दे तन दे कह लीए, पूर्वले कह लीए, सारे किस्म दे। हर हर तेरा नाम है दुख मिटनहार। गुर सेवा ते पाई है गुरमुख निस्तारा, सगल दुख का होवत नास। सारे ही दुख महाराज जी कहते दूर हो जाते हैं। सारा ही संसार दुखी है, वो सुखी है जिसने नाम नू आधार बनाया, जिसने नाम नू अपने जीवन दे विच सदा लई रख लिया भी नाम मेरा खजाना है,
ਨਾਮ ਮੇਰੀ ਜ਼ਿੰਦਗੀ ਹੈ। ਬਾਣੀ ਵਿੱਚ ਇਸ ਤਰ੍ਹਾਂ ਲਿਖਿਆ, ਨਾਮ ਮੇਰੀ ਜ਼ਿੰਦਗੀ ਕਿਵੇਂ ਹੈ? ਬਾਣੀ ਵਿੱਚ ਲਿਖਿਆ, ਨਾਮ ਬਿਨਾ ਨਹੀਂ ਜੀਵਿਆ ਜਾਏ, ਵੱਡੇ ਭਾਗ ਗੁਰਮੁਖ ਹਰ ਪਾਏ। ਨਾਮ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦਾ ਹੈ। ਸਾਨੂੰ ਦੇਖੋ ਨਾਮ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਲੇ ਹੋਏ ਨੇ। ਜਦੋਂ ਕਦੀ ਕਦੀ ਬੈਠ ਕੇ ਬਹੁਤ ਡੀਪਲੀ ਸੋਚੀਦਾ ਸੀ, ਕਿੰਨੇ ਮਨ ਕਹਿੰਦਾ ਵੀ ਬਹੁਤ ਵੱਡੇ ਭਾਗ ਨੇ, ਅਸੀਂ ਸਿੱਖ ਜਾਂ ਸਿੱਖ ਘਰਾਂ ਦੇ ਵਿੱਚ ਪੈਦਾ ਹੋਏ ਔਰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਮਾਰਗਦਰਸ਼ਨ ਕਰਨ ਵਾਲੇ ਐਸਾ ਗੁਰੂ ਮਿਲਿਆ। ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲੇ, ਪ੍ਰਭੂ ਹਰ ਦਰਗੇ ਕਾ ਵਸੀਠ। ਇਸ ਵਰਗਾ ਕੋਈ ਗੁਰੂ ਹੋਰ ਦੁਨੀਆ ਦੇ ਵਿੱਚ, ਚਲੋ ਅਸੀਂ ਕੰਪੈਰੀਜ਼ਨ ਵੀ ਕਰ ਦਿੰਦੇ ਹਾਂ, ਹੈ ਚੰਗੇ ਸਭ, ਪਰ ਜਦੋਂ ਸਿਧਾਂਤ ਸਿੱਖਿਆ ਵਿਚਾਰਧਾਰਾ ਗੁਰੂ ਸਾਹਿਬਾਨਾਂ ਦੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦੇਖੀ ਦੇ ਨੇ ਸਿਧਾਂਤ ਸਿੱਖਿਆ, ਤੇ ਦੂਸਰਿਆਂ ਦੀ ਬਜਾਏ ਇਹ ਸਭ ਤੋਂ ਸਰਵਉੱਤਮ, ਸਾਰੀ ਦੁਨੀਆ ਦਾ, ਸਾਰੀ ਮਾਨਵਤਾ ਦਾ ਸਤਿਕਾਰ ਤੇ ਪਿਆਰ ਕਰਨ ਵਾਲਾ ਗ੍ਰੰਥ ਹੈ। ਇਸ ਵਿੱਚ ਕਿਸੇ ਦੇ ਕੋਈ ਖਿਲਾਫ ਕੁਝ ਬੋਲਿਆ ਨਹੀਂ ਗਿਆ। ਇਹਦੇ ਵਿੱਚ ਇਹ ਨਹੀਂ ਕਿਹਾ ਮੈਂ ਚੰਗਾ ਤੇ ਦੂਜੇ ਬੁਰੇ, ਜਾਂ ਮੇਰੀ ਮਰਿਆਦਾ ਠੀਕ ਹੈ ਦੂਜੇ ਦੀ ਮਾੜੀ ਹੈ। ਨਹੀਂ, ਗਲਤ ਚੀਜ਼ ਨੂੰ ਗਲਤ ਕਿਹਾ, ਸਹੀ ਨੂੰ ਸਹੀ ਕਿਹਾ, ਚਾਹੇ ਉਹ ਕਿਸੇ ਨੂੰ ਅੱਛੀ ਲੱਗੇ ਚਾਹੇ ਨਾ ਲੱਗੇ। ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸਾਨੂੰ ਮਿਲੇ ਹੋਏ ਨੇ, ਅਸੀਂ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ। ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਗੁਰ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਨਾਂ ਕੋ ਬਲਿਹਾਰਾ। ਜਿਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲੇ ਆ ਨਾ, ਉਹ ਬੜੇ ਭਾਗਾਂ ਵਾਲਾ ਹੈ। ਸਾਨੂੰ ਵੀ ਮਿਲੇ ਹੋਏ, ਸਾਨੂੰ ਵੀ ਗੁਰੂ ਨਾਨਕ ਤੁਮ ਘਰ ਆਵੋ ਮੇਰੇ ਮੀਤ, ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪਨੜੇ ਖੜੀ ਤੱਕਾਂ ਮੈਂ ਮਨ ਚਾਓ ਘਨੇਰਾ ਰਾਮ। ਕਿਸੇ ਨੂੰ ਤਰੀਕੇ ਦੇ ਨਾਲ ਇਨਵਾਈਟ ਕੀਤਾ ਜਾਏ, ਸੱਦਿਆ ਜਾਵੇ, ਉਹ ਜ਼ਰੂਰ ਆਉਂਦਾ। ਧਿਆਨ ਦੇਣਾ, ਕਿਸੇ ਨੂੰ ਤਰੀਕੇ ਦੇ ਨਾਲ ਸੱਦਾ ਪੱਤਰ ਦਿੱਤਾ ਜਾਏ, ਪਰ ਤਰੀਕੇ ਦੇ ਨਾਲ, ਗੁਰੂ ਨੂੰ ਭਾਵਨਾ ਦੇ ਨਾਲ। ਤੇ ਜੇ ਸੰਸਾਰ ਦੀ ਉਦਾਹਰਨ ਅਸੀਂ ਲਈਏ ਤੇ ਕਿਸੇ ਨੂੰ ਤਰੀਕੇ ਦੇ ਨਾਲ ਸੱਦਿਆ ਜਾਵੇ, ਉਹ ਜ਼ਰੂਰ ਆਉਂਦਾ। ਜੇ ਕਿਸੇ ਨੂੰ ਵਿਆਹ ਸ਼ਾਦੀ ਤੇ ਤਰੀਕੇ ਦੇ ਨਾਲ ਸੱਦਿਆ ਜਾਵੇ, ਜ਼ਰੂਰ ਆਉਂਦਾ। ਤੇ ਜੇ ਕੋਈ ਉੱਦਾਂ ਹੀ ਫਾਰਮੈਲਿਟੀ ਕਰੀ ਜਾਵੇ, ਆ ਜਾਇਓ, ਫਿਰ ਨਹੀਂ ਉਹ ਆਉਂਦਾ। ਜੇ ਕਿਸੇ ਨੂੰ ਪ੍ਰੋਪਰ ਕਿਹਾ ਨਾ ਜਾਵੇ ਵੀ ਤੁਸੀਂ ਪਰਿਵਾਰ ਸਹਿਤ ਆਉਣਾ, ਉਹ ਫਿਰ ਆਉਂਦਾ, ਉੱਦਾਂ ਨਹੀਂ ਆਉਂਦਾ। ਕੱਲਾ ਕਾਰਡ ਭੇਜ ਦੇਈਏ, ਜੇ ਗੁਆਂਢੀਆਂ ਨੂੰ ਡੱਬੇ ਦੇ ਨਾਲ ਕਾਰਡ ਭੇਜ ਦਈਏ ਤੇ ਦੂਜੇ ਨੂੰ ਕੱਲਾ ਭੇਜ ਦਈਏ, ਉਹ ਤਾਂ ਵੀ ਨਹੀਂ ਆਉਂਦਾ। ਧਿਆਨ ਦੇਣਾ, ਇਨਵਾਈਟ ਕਰਨ ਦਾ ਢੰਗ ਹੈ। ਅਸੀਂ ਗੁਰੂ ਨਾਨਕ ਨੂੰ ਇਨਵਾਈਟ ਕਰਨਾ, ਪ੍ਰਮਾਣ ਅਸੀਂ ਸੰਸਾਰ ਦੇ ਵਿੱਚੋਂ ਲੈਂਦੇ ਹਾਂ, ਆਪਣੇ ਹੀ ਆਲੇ ਦੁਆਲੇ ਤੋਂ। ਸਮਝ ਲੱਗ ਜਾਂਦੀ ਗੱਲ ਛੇਤੀ। ਇਸ ਕਰਕੇ ਇਨਵਾਈਟ, ਇੱਕ ਘਰ ਨੂੰ ਤੁਸੀਂ ਇਨਵਾਈਟ ਕਰੋ, ਇੱਕ ਨੂੰ ਨਾ ਕਰੋ, ਇਗਨੋਰ ਕਰੋ, ਉਹ ਉਸ 'ਤੇ ਗੁੱਸਾ ਬੜਾ ਕਰੇਗਾ। ਤੁਹਾਨੂੰ ਸੱਦਾ ਆਇਆ? ਹਾਂਜੀ। ਤੁਹਾਨੂੰ? ਸਾਨੂੰ ਨਹੀਂ ਆਇਆ। ਤੁਹਾਨੂੰ ਸੱਦਾ ਆਇਆ ਜੀ? ਹਾਂਜੀ ਆਇਆ। ਤੁਹਾਨੂੰ? ਸਾਨੂੰ ਨਹੀਂ ਆਇਆ। ਜਿਹਨੂੰ ਨਹੀਂ ਆਇਆ ਉਹਨੂੰ ਚੰਗਾ ਲੱਗਦਾ? ਨਹੀਂ ਲੱਗਦਾ। ਉਹ ਵੀ ਚਾਹੁੰਦਾ ਜੇ ਮੇਰੇ ਗੁਆਂਢੀ ਨੂੰ, ਜੇ ਮੇਰੇ ਦੂਜੇ ਸ਼ਰੀਕ ਨੂੰ ਕੋਈ ਇਨਵਾਈਟ ਕਰਕੇ ਗਿਆ, ਮਤਲਬ ਸੱਦਾ ਦੇ ਕੇ ਗਿਆ, ਕੋਈ ਪਾਠ ਦਾ, ਕੋਈ ਵਿਆਹ ਦਾ, ਕੋਈ ਸ਼ਗਨ ਦਾ, ਬੜੇ ਵਧੀਆ ਤਰੀਕੇ ਦੇ ਨਾਲ ਆਪ ਆ ਕੇ ਗਏ ਨੇ, ਮੇਰੇ ਘਰ ਇਸ ਤਰ੍ਹਾਂ ਸੱਦਾ ਕਿਉਂ ਨਹੀਂ ਦੇ ਕੇ ਗਏ? ਜੇ ਵਧੀਆ ਤਰੀਕੇ ਦੇ ਨਾਲ ਕਿਸੇ ਨੂੰ ਸੱਦਿਆ ਜਾਵੇ, ਉਹ ਬਹੁਤ ਵਧੀਆ ਤਰੀਕੇ ਦੇ ਨਾਲ ਆਉਂਦਾ। ਵੈਸੇ ਨਾ ਚਲੋ ਵਿਚਾਰ ਚੋਂ ਵਿਚਾਰ ਨਿਕਲੇ ਹੁੰਦਾ, ਇਹ ਤਰੀਕੇ ਹੁੰਦੇ ਨੇ। ਅਸੀਂ ਗੁਰੂ ਨਾਨਕ ਨੂੰ ਸੱਦਣਾ ਹੈ, ਪਰ ਸਾਨੂੰ ਪਹਿਲਾਂ ਦੁਨੀਆਦਾਰੀ ਦੇ ਤੌਰ ਤੇ ਇੱਕ ਦੂਜੇ ਨੂੰ ਸੱਦਣ ਦਾ ਪਤਾ ਹੋਣਾ ਚਾਹੀਦਾ ਵੀ ਕਿਸੇ ਨੂੰ ਕਿਵੇਂ ਸੱਦਣਾ। ਜਿਵੇਂ ਕੋਈ ਕਿਤੇ ਜਾਵੇ ਨਾ, ਕਿਸੇ ਨੂੰ ਕਿਹਾ ਹੁੰਦਾ ਵੀ ਤੁਸੀਂ ਆਇਓ, ਉਹ ਚਲ ਜਾਂਦਾ। ਫਿਰ ਉਹ ਚਲਾਕ ਪਤਾ ਕੀ ਕਹਿੰਦੇ ਨੇ, ਤੁਸੀਂ ਉਹਨਾਂ ਨੂੰ ਵੀ ਲੈ ਆਉਣਾ ਸੀ, ਭੈਣ ਜੀ ਨੂੰ ਲੈ ਆਉਣਾ ਸੀ, ਤੁਸੀਂ ਭਰਾ ਜੀ ਨੂੰ ਲੈ ਆਉਣਾ ਸੀ, ਤੁਸੀਂ ਪੋਤਰੇ ਨੂੰ ਲੈ ਆਉਣਾ ਸੀ, ਤੁਸੀਂ ਪੁੱਤਰ ਨੂੰ ਲੈ ਆਉਣਾ ਸੀ। ਬਾਈ ਏਦਾਂ ਥੋੜ੍ਹਾ ਹੁੰਦਾ। ਕਿਸੇ ਨੂੰ ਸੱਦਣ ਦਾ ਤਰੀਕਾ ਹੁੰਦਾ, ਕਿਸੇ ਨੂੰ ਕਹਿਣਾ ਪੈਂਦਾ। ਇਸ ਤਰ੍ਹਾਂ ਨਹੀਂ। ਅੱਜ ਦਾ ਜਿਹੜਾ ਯੁੱਗ ਹੈ ਨਾ, ਅੱਜ ਦਾ ਯੁੱਗ, ਚਲੋ ਗੱਲ ਇੱਧਰ ਵੀ ਚੱਲ ਗਈ, ਵੀ ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ।
ਅੱਜ ਦੇ ਯੁੱਗ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਇਗਨੋਰ ਕਰਦੇ ਹੋ, ਉਹ ਸਾਰੀ ਜ਼ਿੰਦਗੀ ਲਈ ਤੁਹਾਡੇ ਤੋਂ ਪਰੇ ਹੋਵੇਗਾ। ਇਗਨੋਰ ਨਾ ਕਰਨਾ ਕਿਸੇ ਨੂੰ। ਇਗਨੋਰ ਬੜੀ ਵੱਡੀ ਬੁਰੀ ਬਲਾ ਹੈ। ਮਤਲਬ ਕਿਸੇ ਵੱਲ ਧਿਆਨ ਨਾ ਦੇਣਾ, ਕਿਸੇ ਨੂੰ ਛੱਡ ਦੇਣਾ। ਛੱਡਣਾ ਨਹੀਂ। ਪ੍ਰੇਮ ਵੰਡਣਾ, ਪ੍ਰੇਮ ਲੈਣਾ ਤੇ ਪ੍ਰੇਮ ਦੇਣਾ। ਇਸ ਕਰਕੇ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ। ਕੋਈ ਅਮੀਰ ਗਰੀਬ ਨਹੀਂ ਦੇਖਣਾ ਚਾਹੀਦਾ, ਕਦਰਦਾਨ ਦੇਖਣਾ ਚਾਹੀਦਾ ਵੀ ਕਦਰ ਕੌਣ ਕਰਦਾ। ਜਿਹੜਾ ਕਦਰ ਕਰਦਾ ਹੈ ਉਹਦਾ ਸਤਿਕਾਰ ਬਹੁਤ ਕਰਨਾ ਚਾਹੀਦਾ ਹੈ। ਜਿਹੜਾ ਕਦਰ ਨਹੀਂ ਕਰਦਾ ਕੋਈ ਗੱਲ ਨਹੀਂ, ਉਹਨੂੰ ਸਤਿਕਾਰ ਦੇ ਦੇਣਾ ਚਾਹੀਦਾ। ਹੋ ਸਕਦਾ ਸਾਡੇ ਸਤਿਕਾਰ ਕਰਨ ਦੇ ਨਾਲ ਸ਼ਾਇਦ ਉਹਨੂੰ ਕਦਰ ਕੀਮਤਾਂ ਦਾ ਪਤਾ ਲੱਗ ਜਾਏ, ਪਤਾ ਲੱਗ ਜਾਏ। ਉਸ ਵਰਗੇ ਨਹੀਂ ਬਣਨਾ ਚਾਹੀਦਾ। ਸੋ ਗੁਰੂ ਨਾਨਕ ਨੂੰ ਅਸੀਂ ਸਦਨਾ ਆਪਣੇ ਘਰ। ਕਿਹੜਾ ਘਰ? ਨਿਜ ਘਰ। ਮਹਿਲ ਪਾਵੋ ਸੁਖ ਸਹਜੇ, ਬਹੁਰ ਨਾ ਹੋਏਗੋ ਫੇਰ। ਅਸੀਂ ਉਸ ਘਰ ਦੇ ਵਿੱਚ ਜਾਂ ਇੰਝ ਕਹਿ ਸਕਦੇ ਹਾਂ, ਹਿਰਦੇ ਰੂਪੀ ਘਰ ਵਿੱਚ ਗੁਰੂ ਨਾਨਕ ਮਹਾਰਾਜ ਨੂੰ ਸੱਦਣਾ, ਜਾਂ ਸੰਸਾਰੀ ਘਰ ਵੀ ਕਹਿ ਸਕਦੇ, ਉਹਦੇ ਵਿੱਚ ਵੀ ਸੱਦਣਾ। ਕੋਈ ਸੱਦ ਲਵੇ ਆ ਜਾਣ। ਕਿਉਂਕਿ ਇਸ ਵੇਲੇ ਗੁਰੂ ਨਾਨਕ ਜੀ ਨੇ ਇਹ ਸ਼ਬਦ ਰੂਪ ਹੋ ਚੁੱਕੇ ਹਨ। ਸ਼ਬਦ ਨੂੰ ਸੁਣਨ ਵਾਲਾ, ਸ਼ਬਦ ਨੂੰ ਜਪਣ ਵਾਲਾ, ਉਹਨੂੰ ਆਪਣੇ ਘਰ ਸੱਦ ਲੈਣਾ। ਸਮਝੋ ਗੁਰੂ ਨਾਨਕ ਦੇਵ ਜੀ ਆਏ। ਜਦੋਂ ਪ੍ਰਭਾਤ ਫੇਰੀ ਕਿਸੇ ਦੇ ਘਰ ਜਾਂਦੀ ਹੈ, ਅਸੀਂ ਪਤਾ ਕੀ ਜਿਹੜੇ ਭਾਵਨਾ ਵਾਲੇ ਉਹ ਸਮਝਦੇ ਨੇ ਸੱਚੇ ਪਾਤਸ਼ਾਹ ਹੀ ਆਏ। ਜੇ ਕਿਸੇ ਦੀ ਭਾਵਨਾ ਉਹ ਸੱਚਮੁੱਚ ਸਮਝਦਾ ਵੀ ਜਿਹੜੀ ਸੰਗਤ ਆਈ ਹੈ ਨਾ, ਇਹ ਨੇਮੀ ਨੇ, ਇਹ ਪ੍ਰੇਮੀ ਨੇ, ਇਹ ਨਾਮ ਜਪਦੇ ਆ ਰਹੇ ਨੇ, ਗੁਰੂ ਨਾਨਕ ਨੂੰ ਯਾਦ ਕਰਦੇ ਨੇ, ਇਹਦੇ ਵਿੱਚ ਹੀ ਮੇਰਾ ਗੁਰੂ ਨਾਨਕ ਹੈ, ਮੇਰੇ ਘਰ ਗੁਰੂ ਨਾਨਕ ਆਏ ਨੇ। ਇੰਨਾ ਚਾਅ ਕਰਨਾ ਚਾਹੀਦਾ ਜਾਂ ਹੁੰਦਾ, ਇੰਨਾ ਚਾਅ ਹੁੰਦਾ। ਸੋ ਗੁਰੂ ਨਾਨਕ ਸਾਡੇ ਘਰ ਜ਼ਰੂਰ ਆਉਣਗੇ। ਸਾਡੇ ਅੰਦਰ ਜਿਹੜਾ ਹੈ ਨਾ ਉਹ ਚਾਅ ਜਿਹੜਾ ਹੈ ਬਹੁਤ ਜ਼ਿਆਦਾ ਹੋਣਾ ਚਾਹੀਦਾ, ਬਹੁਤ ਜ਼ਿਆਦਾ ਹੋਣਾ ਚਾਹੀਦਾ। ਚਲੋ ਆਓ ਧਿਆਨ ਧਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਦਾ ਤੇ ਭਾਈ ਲਾਲੋ ਜੀ ਦਾ। ਗੁਰੂ ਨਾਨਕ ਮਹਾਰਾਜ ਜਿਹਦੇ ਕੋਲ 1 ਮਹੀਨੇ ਤੋਂ ਵੱਧ ਲਿਖਿਆ ਵੀ ਉਹਨਾਂ ਦੇ ਕੋਲ ਰਹੇ, ਚਲੇ ਜਾਂਦੇ ਸੀ, ਸੰਗਤਾਂ ਨੂੰ ਮਿਲਦੇ ਸੀ, ਫਿਰ ਰਾਤ ਉਹਨਾਂ ਦੇ ਕੋਲ ਆ ਕੇ ਰਹਿੰਦੇ ਸੀ। ਭਾਈ ਲਾਲੋ ਜੀ ਦੇ ਘਰ ਕੋਈ ਬਹੁਤੀ ਸਹੂਲਤ ਨਹੀਂ ਸੀ। ਖੂਹਾਂ ਦੇ ਵਿੱਚੋਂ ਦੂਰੋਂ ਪਾਣੀ ਲਿਆ ਕੇ ਇਸ਼ਨਾਨ ਕੀਤਾ ਜਾਂਦਾ ਸੀ, ਰੋਟੀ ਪਕਾਈ ਜਾਂਦੀ ਸੀ, ਖਾਣਾ ਬਣਾਇਆ ਜਾਂਦਾ ਸੀ। ਔਰ ਕੱਚੇ ਕੋਠੇ ਹੁੰਦੇ ਸਨ, ਛੰਨਾਂ ਹੁੰਦੀਆਂ ਸਨ, ਕਾਈ ਪਈ ਹੁੰਦੀ ਸੀ, ਕਾਨੇ ਪਏ ਹੁੰਦੇ ਸੀ। ਤੇ ਗੁਰੂ ਨਾਨਕ ਮਹਾਰਾਜ ਜੀ ਐਵੇਂ ਭਾਈ ਲਾਲੋ ਦੇ ਘਰ ਇੰਨੇ ਦਿਨ ਥੋੜ੍ਹੇ ਰਹਿੰਦੇ ਨੇ। ਤੁਮ ਘਰ ਆਵੋ ਮੇਰੇ ਮੀਤ, ਸਾਡੇ ਘਰ ਵੀ ਗੁਰੂ ਨਾਨਕ ਮਹਾਰਾਜ ਜੀ ਆਉਣਗੇ। ਪ੍ਰਭ ਕੀਜੇ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ, ਹਾਂ ਤੁਮਰੀ ਕਰੋ ਨਿਤਿਆਸ ਪ੍ਰਭ ਮੋਏ, ਕਬ ਗਲ ਲਾਵੇਂਗੇ। ਤੁਮ ਘਰ ਆਵੋ ਮੇਰੇ ਮੀਤ। ਸੋ ਅੰਦਰ ਭਾਵਨਾ ਚਾਹੀਦੀ ਹੈ। ਗੁਰੂ ਨਾਨਕ ਹਰ ਸਿੱਖ ਦੇ ਘਰ ਆਉਣ ਨੂੰ ਤਿਆਰ ਨੇ, ਬਿਲਕੁਲ ਰੈਡੀ ਬੈਠੇ ਨੇ। ਮੈਂ ਪਹਿਲਾਂ ਬੇਨਤੀ ਕਰ ਚੁੱਕਾ, ਇਨਵਾਈਟ ਕਰਨ ਦਾ ਤਰੀਕਾ ਹੋਣਾ ਚਾਹੀਦਾ। ਅਸੀਂ ਗੁਰੂ ਨਾਨਕ ਨੂੰ ਜਿਨ੍ਹਾਂ ਦੇ ਘਰ ਨਹੀਂ ਆ ਰਹੇ, ਗੁਸਤਾਖੀ ਮਾਫ, ਉਹ ਇਗਨੋਰ ਕਰਕੇ ਬੈਠੇ ਹੋਏ ਨੇ। ਗੁਰੂ ਨਾਨਕ ਮਹਾਰਾਜ ਜੀ ਬਿਲਕੁਲ ਤਿਆਰ ਨੇ। ਕਈ ਵਾਰ ਇਸ ਤਰ੍ਹਾਂ ਹੁੰਦਾ ਨਾ, ਮੈਂ ਸੰਸਾਰ ਦੀ ਉਦਾਹਰਨ ਬਹੁਤ ਦੇਣਾ ਜ਼ਰੂਰੀ, ਸਮਝ ਲੱਗ ਜਾਂਦੀ ਹੈ। ਕਈ ਵਾਰ ਨਾ ਵਿਆਹ ਸ਼ਾਦੀ ਤੇ ਜਾਣ ਦੇ ਲਈ ਬੰਦਾ ਤਿਆਰ ਬੈਠਾ ਹੁੰਦਾ ਹੈ, ਕਹਿੰਦਾ ਵੀ ਉਹ ਮੈਨੂੰ ਇੱਕ ਵਾਰੀ ਆ ਕੇ ਕਹਿ ਜੇ, ਕਿਉਂਕਿ ਮੇਰੀ ਉਹਦੇ ਨਾਲ ਨਾਰਾਜ਼ਗੀ ਹੈ, ਇੱਕ ਵਾਰੀ ਮੈਨੂੰ ਆ ਕੇ ਕਹਿ ਜੇ, ਮੈਂ ਤੇ ਤਿਆਰ ਬੈਠਾ, ਮੈਂ ਤੇ ਜਾਊਂਗਾ, ਮੈਨੂੰ ਇੱਕ ਵਾਰੀ ਆ ਕੇ ਕਹਿ ਜੇ। ਉਹ ਢੀਠ ਬੰਦਾ ਕਹਿੰਦਾ ਹੀ ਨਹੀਂ, ਉਹ ਫਿਰ ਜਾਂਦਾ ਹੀ ਨਹੀਂ। ਇਨਵਾਈਟ ਕਰਨ ਦਾ ਢੰਗ, ਚੱਜ ਬਹੁਤ ਵਧੀਆ ਹੋਣਾ ਚਾਹੀਦਾ ਹੈ। ਕਿਸੇ ਨੂੰ ਬੁਲਾਉਣ ਦਾ ਢੰਗ ਗੁਰਬਾਣੀ ਤੋਂ ਬਿਹਤਰ ਅਸੀਂ ਨਹੀਂ ਸਿੱਖਿਆ ਕਿਸੇ ਕੋਲੋਂ। ਗੁਸਤਾਖੀ ਮਾਫ ਦੁਨੀਆ ਸਿਖਾਉਂਦੀ ਹੈ, ਬਹੁਤ ਚੰਗੀ ਗੱਲ ਹੈ, ਪਰ ਜਦੋਂ ਸਿਖਾਉਣ ਵਾਲਾ ਆਪ ਉਸ ਗੱਲ ਤੇ ਨਹੀਂ ਤੁਰਦਾ, ਮੈਂ ਵੀ ਤੁਹਾਡੇ ਨਾਲ ਹੀ ਹਾਂ, ਤੇ ਫਿਰ ਆਪਣੇ ਆਪ ਤੇ ਸੰਗ ਆਉਂਦੀ ਹੈ। ਪਰ ਜਦੋਂ ਅਸੀਂ ਗੁਰੂ ਦੀ ਕਹੀ ਹੋਈ ਗੱਲ, ਕਿਉਂਕਿ ਗੁਰੂ ਜਿਹੜਾ ਉਹ 100% ਸਹੀ ਹੈ, ਸਾਡੇ ਵਿੱਚ ਕਮੀ ਹੋ ਸਕਦੀ। ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ, ਧਿਆਨ ਦੇਣਾ, ਮੈਂ ਆਪਣੇ ਆਪ ਨੂੰ ਵੀ ਨਾਲ ਹੀ ਤੁਹਾਡੇ ਰੱਖਦਾ ਹੁੰਦਾ।
ਹੋ ਸਕਦਾ ਕਿਧਰੇ ਮੈਂ ਉਸ ਗੱਲ ਤੋਂ ਉੱਕ ਜਾਵਾਂ, ਕੁੱਤਾ ਹੀ ਹੋ ਜਾਵੇ, ਪਰ ਉਹਦੇ ਲਈ ਅਸੀਂ ਗੁਰੂ ਕੋਲੋਂ ਖਿਮਾ ਵੀ ਮੰਗੀ ਦੀ ਹੈ ਔਰ ਅਲਰਟ ਰਹੀਦਾ। ਪਰ ਜਿਹੜਾ ਗੁਰੂ ਹੈ ਇਹ ਕਦੇ ਵੀ ਕਿਸੇ ਕਿਸਮ ਦੀ ਕੁਤਾਹੀ ਨਹੀਂ ਕਰਦਾ। ਗੁਰੂ ਬਿਲਕੁਲ ਤਿਆਰ ਹੈ ਆਉਣ ਦੇ ਲਈ। ਸੋ ਮਹਾਰਾਜ ਜੀ ਕਹਿੰਦੇ ਤੂੰ ਆਪਣੀ ਸ਼ਰਧਾ ਤੇ ਪ੍ਰੇਮ ਬਣਾ, ਮੈਂ ਤੇਰੇ ਘਰ ਆਵਾਂਗਾ। ਤੇ ਜੇ ਹੁਣ ਤੂੰ ਆਪਣੇ ਆਪ ਨੂੰ ਹੰਕਾਰ ਦੇ ਵਿੱਚ, ਰੋਬ ਦੇ ਵਿੱਚ ਰਹੇਗਾ ਤੇ ਮਲਕ ਭਾਗੋ ਦੇ ਉਹ ਨਹੀਂ ਜਾਂਦਾ, ਚਾਹੇ ਉਸ ਨੂੰ ਸੱਦੇ ਦੇਈ ਜਾਣ, ਤੁਸੀਂ ਆਓ, ਤੁਸੀਂ ਆਓ, ਤੁਸੀਂ ਆਓ। ਗੁਰੂ ਨਾਨਕ ਮਹਾਰਾਜ ਜੀ ਨੂੰ ਪਤਾ ਵੀ ਮਲਕ ਭਾਗੋ ਦੀ ਜਿਹੜੀ ਅੰਦਰਲੀ ਖਿੱਚ ਹੈ ਉਹ ਦੁਨਿਆਵੀ ਵਡਿਆਈ ਕਰਕੇ ਮੈਨੂੰ ਬੁਲਾਉਂਦੇ ਨੇ, ਸਾਨੂੰ ਬੁਲਾਉਂਦੇ ਨੇ, ਹੰਕਾਰ ਕਰਕੇ ਬੁਲਾਉਂਦੇ ਨੇ। ਹੰਕਾਰ ਕਰਕੇ ਨਹੀਂ, ਦੂਸਰੇ ਨੂੰ ਇੱਜ਼ਤ ਦੇਣ ਦੇ ਲਈ ਬੁਲਾਈਦਾ, ਦੂਸਰੇ ਨੂੰ ਇੱਜ਼ਤ ਦੇਣ ਦੇ ਲਈ। ਮੇਰੇ ਘਰ ਕੋਈ ਆਵੇ, ਉਹਦੇ ਆਉਣ ਦੇ ਨਾਲ ਮੈਂ ਇਹ ਨਾ ਸੋਚਾਂ ਵੀ ਮੇਰੀ ਸ਼ਾਨ ਵਧੇ, ਨਹੀਂ, ਉਹਦੀ ਸ਼ਾਨ ਵਧੇ। ਜੇ ਉਹਦੀ ਸ਼ਾਨ ਵਧਾਵਾਂਗੇ ਅਸੀਂ ਤੇ ਸਾਡੀ ਨੈਚੁਰਲੀ ਕੁਦਰਤੀ ਸ਼ਾਨ ਵਧੇਗੀ। ਜਦੋਂ ਕੋਈ ਚੰਗੇ ਸਤ ਸੰਗੀ ਜਾਂ ਚੰਗੇ ਇਨਸਾਨ ਸਾਡੇ ਘਰ ਵਿੱਚ ਆਉਂਦੇ ਨੇ ਤੇ ਇੱਜ਼ਤ ਬਣਦੀ ਹੈ। ਇਕੱਲਾ ਬੰਦਾ ਕਿਸੇ ਕੰਮ ਦਾ ਨਹੀਂ। ਸੂਝਵਾਨ ਸਿਆਣੇ ਸੱਜਣ ਚਾਰ ਇਕੱਠੇ ਹੋ ਕੇ ਘਰ ਬੈਠੇ ਹੋਣ, ਇੱਜ਼ਤ ਬਣਦੀ ਹੈ, ਸਤਿਕਾਰ ਮਿਲਦਾ। ਤੇ ਸ਼ਰਾਬੀ ਤੇ ਬਥੇਰੇ ਖਾਣ ਪੀਣ ਵਾਲੇ ਜਿੰਨੇ ਮਰਜ਼ੀ ਇਕੱਠੇ ਕਰ ਲਓ, ਭੀੜ ਹੀ ਬਹੁਤ ਹੈ, ਚੰਗੇ ਨਹੀਂ ਲੱਭਦੇ। ਤੇ ਚੰਗਿਆਂ ਨੂੰ ਵੈਸੇ ਕੋਈ ਬੁਲਾ ਕੇ ਰਾਜੀ ਵੀ ਨਹੀਂ, ਲੈਣਾ ਕੀ, ਕਿ ਉਹਨੇ ਕੋਈ ਵਿਚਾਰੇ ਨੇ ਫਾਲਤੂ ਗੱਲ ਨਹੀਂ ਕਰਨੀ, ਚੁੱਪ ਕਰਕੇ ਬੈਠੇ ਰਹਿਣਾ, ਕਹਿਣਾ ਇਹ ਕੀ ਬੰਦਾ। ਉਹ ਬੁਲਾਓ ਜਿਹੜਾ ਰੌਲਾ ਪਾ ਕੇ ਜਾਂਦਾ, ਖਲਾਰਾ ਪਾ ਕੇ ਜਾਂਦਾ, ਉਹਨੂੰ ਕਹਿੰਦੇ ਉਹ ਆਇਆ ਸੀ। ਇਹਦਾ ਕਿਹੜਾ ਪਤਾ ਲੱਗਣਾ ਕਦੋਂ ਆਇਆ ਤੇ ਕਦੋਂ ਚਲ ਗਿਆ। ਸ਼ਰੀਫ ਬੰਦੇ ਦਾ ਕੀ ਪਤਾ ਲੱਗਣਾ। ਇਹ ਗੱਲਾਂ ਸੱਚੀਆਂ ਨੇ। ਸ਼ਰੀਫ ਦਾ ਥੋੜ੍ਹਾ, ਉਹਨੇ ਵਿਚਾਰੇ ਭੋਲੇ ਨੇ ਚੁੱਪ ਕਰਕੇ ਆਉਣਾ, ਜਲ ਪਾਣੀ ਛਕਣਾ ਤੇ ਚਲੇ ਜਾਣਾ। ਜਿਹੜਾ ਖਰੂਦ ਕਰਦਾ ਪਤਾ ਤੇ ਉਹਦਾ ਲੱਗਦਾ ਚਾਰ ਗੁਆਂਢੀਆਂ ਨੂੰ ਵੀ ਫਲਾਨਾ ਆਇਆ ਸੀ, ਆਇਆ ਸੀ, ਪਤਾ ਲੱਗ ਗਿਆ ਉਹਦਾ ਆਇਆ ਸੀ। ਇਹ ਆਉਣ ਦਾ ਤਰੀਕਾ ਜਿਹੜਾ ਹੈ ਇਹ ਚੰਗਾ ਨਹੀਂ। ਗੁਰੂ ਨਾਨਕ ਕੱਲ ਤਰਨ ਲਈ ਆਇਆ, ਉਹਨਾਂ ਦਾ ਤਰੀਕਾ ਕੀ ਹੈ? ਸੱਦਣ ਵਾਲੇ ਦਾ ਤਰੀਕਾ ਬੜਾ ਪਿਆਰਾ, ਸੱਦਣ ਵਾਲੇ ਦਾ ਤਰੀਕਾ ਬੜਾ ਪਿਆਰਾ ਤੇ ਆਉਣ ਵਾਲੇ ਦਾ ਤਰੀਕਾ ਵੀ ਬੜਾ ਪਿਆਰਾ। ਸੋਨੇ ਤੇ ਸੁਹਾਗਾ ਦੋਨੇ ਪੂਰਨ ਨੇ। ਸਿੱਖ ਵੀ ਪੂਰਾ ਭਾਈ ਲਾਲੋ ਤੇ ਨਾਨਕ ਵੀ ਪੂਰਾ। ਸਤਿਗੁਰ ਮੇਰਾ ਪੂਰਾ ਮਨ ਕਿਉਂ ਬਹਿਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਮਤਲਬ ਅੰਦਰ ਬਹੁਤ ਚਾਹਤ ਹੈ ਭਾਈ ਲਾਲੋ ਦੇ, ਉਡੀਕ ਕਰਦੇ ਨੇ, ਉਡੀਕ। ਮੇਰੇ ਘਰ ਆਉਣਗੇ ਤੇ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ, ਮੈਂ ਨਿਹਾਲ ਹੋਵਾਂਗਾ। ਸੋ ਆ ਜਾਂਦੇ ਨੇ ਗੁਰੂ ਨਾਨਕ ਮਹਾਰਾਜ ਜੀ, ਮਰਦਾਨਾ ਨਾਲ ਆ ਜਾਂਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ। ਸੋ ਭਾਈ ਲਾਲੋ ਦੇ ਘਰ ਦੇ ਦਰਵਾਜ਼ੇ ਦੇ ਅੱਗੇ ਖੜ ਜਾਂਦੇ ਨੇ, ਖੜਕਾਉਂਦੇ ਨੇ। ਭਾਈ ਲਾਲੋ ਜੀ ਮਹਾਰਾਜ ਜਦੋਂ ਸਤਿਗੁਰੂ ਨੂੰ ਦੇਖਦੇ ਨੇ, ਦਰਵਾਜ਼ਾ ਖੋਲ੍ਹਦੇ ਨੇ। ਫਿਰ ਉੱਥੇ ਕੋਈ ਕਵੀ ਕੀ ਲਿਖ ਸਕਦਾ, ਉੱਥੇ ਕੋਈ ਰਾਈਟਰ ਕੀ ਲਿਖ ਸਕਦਾ, ਉੱਥੇ ਸਾਡੇ ਵਰਗਾ ਵਕਤਾ ਕੀ ਸੁਣਾ ਸਕਦਾ ਵੀ ਉੱਥੇ ਸਮਾਂ ਕਿੱਦਾਂ ਦਾ ਬਣਿਆ ਹੋਏਗਾ। ਸੁਣਨ ਵਾਲਾ ਕਿਸ ਫੀਲਿੰਗ ਦੇ ਨਾਲ ਉਸ ਨੂੰ ਸੁਣਦਾ, ਇਹ ਤੇ ਹਰ ਇੱਕ ਦੀ ਅੰਦਰਲੀ ਖਿੱਚ ਤੇ ਡਿਪੈਂਡ ਕਰਦਾ ਵੀ ਜਦੋਂ ਭਾਈ ਲਾਲੋ ਦੇ ਸਨਮੁਖ ਗੁਰੂ ਨਾਨਕ ਦੇਵ ਜੀ ਆਏ ਹੋਣਗੇ, ਸਮਾਂ ਕਿਵੇਂ ਦਾ ਬਣਿਆ ਹੋਏਗਾ। ਤੁਸੀਂ ਸਪੋਜ਼ ਕਰੋ ਸੱਚਮੁੱਚ ਸਾਡੇ ਘਰ, ਸਾਡੇ ਸਾਹਮਣੇ ਗੁਰੂ ਨਾਨਕ ਦੇਵ ਜੀ ਆ ਗਏ, ਸਮਾਂ ਕਿਵੇਂ ਦਾ ਬਣੇਗਾ। ਬੰਦਾ ਪਾਗਲ ਹੋ ਸਕਦਾ। ਪਾਗਲ ਦਾ ਮਤਲਬ ਉਹ ਨਹੀਂ ਜਿਹੜੇ ਦੂਜੇ ਪਾਗਲ ਨੇ, ਮਤਲਬ ਐਸੀ ਮਸਤੀ, ਐਸਾ ਨਸ਼ਾ, ਐਸਾ ਰੰਗ, ਐਸੀ ਬੇਪਰਵਾਹੀ, ਐਸੀ ਖੁਸ਼ੀ, ਐਸਾ ਆਨੰਦ। ਕਈ ਵਾਰ ਬੰਦਾ ਬਹੁਤ ਖੁਸ਼ ਹੋਵੇ ਤੇ ਜਦੋਂ ਉਹਦੇ ਕੋਲ ਇੰਨੀ ਖੁਸ਼ੀ ਸਾਂਭੀ ਨਹੀਂ ਜਾਂਦੀ, ਉਹਨੂੰ ਹਿਲਾਇਆ ਜਾਂਦਾ ਹੈ, ਉਹ ਆਪਣੇ ਪੈਰਾਂ ਤੇ ਆ। ਉਹ ਪਾਗਲ ਵੈਸੇ ਨਹੀਂ ਹੁੰਦਾ, ਪਰ ਉਹਨੂੰ ਖੁਸ਼ੀ ਇੰਨੀ ਕਿ ਮਿਲ ਜਾਂਦੀ ਹੈ, ਉਹਦੀ ਜ਼ੁਬਾਨ ਵੀ ਸਾਥ ਨਹੀਂ ਦਿੰਦੀ, ਲਫ਼ਜ਼ਾਂ ਦਾ। ਇੰਨੀ ਖੁਸ਼ੀ ਮਸਤਾਨੀ ਫਿਰ ਬਿਰਤੀ ਬਣ ਜਾਂਦੀ ਹੈ। ਮਤਲਬ ਕਹਿੰਦਾ ਮਸਤ ਹੋ ਜਾਂਦਾ ਇਨਸਾਨ, ਸੰਸਾਰ ਭੁੱਲ ਜਾਂਦਾ।
ਭਗਤ ਕਬੀਰ ਜੀ ਦੀ ਪੰਕਤੀ ਤੁਸੀਂ ਬੜੀ ਵਾਰ ਸੁਣੀ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਾਂ ਤੂੰ। ਜਦ ਗੁਰੂ ਨਾਨਕ ਸਾਹਿਬ ਨੂੰ ਭਾਈ ਲਾਲੋ ਜੀ ਨੇ ਤੱਕਿਆ, ਬਸ ਇਹ ਅੰਦਰ ਸ਼ਬਦ ਚੱਲਦੇ ਨੇ ਵੀ ਮੇਰੇ ਘਰ ਮੇਰਾ ਠਾਕੁਰ ਆ ਗਿਆ। ਸ਼ਬਦ ਭਾਵੇਂ ਕਿਸੇ ਵੀ ਪਾਤਸ਼ਾਹ ਜੀ ਦੀ ਬਾਣੀ ਦਾ ਹੋਵੇ, ਅਸੀਂ ਜਦੋਂ ਕਿਸੇ ਦਾ ਮਿਲਾਪ ਹੁੰਦਾ ਉੱਥੇ ਉਹ ਸ਼ਬਦ ਨੂੰ ਲਾ ਦਿੰਦੇ ਹਾਂ। ਕੋਈ ਇਹ ਨਾ ਸਮਝੇ ਤੇ ਗੁਰੂ ਪਾਤਸ਼ਾਹ ਫਲਾਣੇ ਦਾ, ਚੌਥੇ ਦਾ, ਪੰਜਵੇਂ ਦਾ, ਤੀਜੇ ਦਾ ਸ਼ਬਦ ਹੈ, ਉੱਥੇ ਗੁਰੂ ਨਾਨਕ ਦੇਵ ਜੀ ਵੇਲੇ ਸ਼ਬਦ ਕਿੱਥੋਂ ਆ ਗਿਆ? ਨਹੀਂ, ਉਹ ਭਾਵਨਾ ਉਸ ਸ਼ਬਦ ਰਾਹੀਂ ਅਸੀਂ ਪ੍ਰਗਟ ਕਰ ਸਕਦੇ ਹਾਂ। ਠਾਕੁਰ ਤੁਮ ਸ਼ਰਨਾਈ ਆਇਆ, ਉਤਰ ਗਿਓ ਮੇਰੇ ਮਨ ਕਾ ਸੰਸਾਰ, ਜਬ ਤੇ ਦਰਸ਼ਨ ਪਾਇਆ। ਸੋ ਗੁਰੂ ਨਾਨਕ ਮਹਾਰਾਜ ਜੀ ਭਾਈ ਲਾਲੋ ਜੀ ਦੇ ਘਰ ਆਏ। ਇਹ ਸਟੋਰੀ ਜਾਂ ਕਥਾ ਸੁਣ ਕੇ ਅਸੀਂ ਨਹੀਂ ਚਲੇ ਜਾਣਾ, ਅਸੀਂ ਵੀ ਉੱਦਾਂ ਦੀ ਖਿੱਚ ਅੰਦਰ ਪੈਦਾ ਕਰਨੀ ਹੈ ਵੀ ਮਹਾਰਾਜ ਜੀ ਬੜਾ ਜੀਵਨ ਲੰਘ ਗਿਆ, ਤੁਸੀਂ ਮੇਰੇ ਘਰ ਆਓ, ਮੈਂ ਵੀ ਉਡੀਕਦਾ ਹਾਂ, ਮਿਲੋਗੀ ਬਾਹ ਪਸਾਰ, ਮੇਰੀ ਜੀਵ ਆਤਮਾ ਤੈਨੂੰ ਮਿਲਣ ਲਈ ਕਾਹਲੀ ਹੈ, ਮੇਰੇ ਘਰ ਵੀ ਆਉਣਾ, ਮੈਂ ਉਡੀਕਦੀ ਹਾਂ, ਮੈਂ ਉਡੀਕਦਾ ਹਾਂ। ਸੋ ਭਾਈ ਲਾਲੋ ਜੀ ਦੇ ਘਰ ਆ ਕੇ ਗੁਰੂ ਨਾਨਕ ਮਹਾਰਾਜ ਜੀ ਕੁਝ ਦਿਨ ਰਹੇ, ਮਹੀਨੇ ਤੋਂ ਜ਼ਿਆਦਾ ਰਹੇ। ਔਰ ਗੁਰੂ ਮਹਾਰਾਜ ਜੀ ਉੱਥੇ ਕੀ ਕਰਦੇ ਨੇ? ਉੱਥੇ ਉਸ ਰੱਬ ਦੇ ਨਾਲ ਜੁੜਦੇ ਨੇ ਕੀਰਤਨ ਰਾਹੀਂ, ਬਾਣੀ ਰਾਹੀਂ। ਔਰ ਉੱਥੋਂ ਦੂਰ ਦੂਰ ਜਾ ਕੇ ਜਿਸ ਨੂੰ ਮਿਲਣਾ ਮਿਲ ਕੇ ਵਾਪਸ ਭਾਈ ਲਾਲੋ ਜੀ ਦੇ ਘਰ ਆ ਜਾਂਦੇ ਨੇ। ਫਸਟ ਟਾਈਮ ਗੁਰੂ ਨਾਨਕ ਮਹਾਰਾਜ ਦਾ ਭਾਈ ਲਾਲੋ ਦੇ ਘਰ ਪਹਿਲਾ ਖਾਣਾ, ਪਹਿਲੀ ਰੋਟੀ, ਪਹਿਲਾ ਪ੍ਰਸ਼ਾਦਾ। ਸੋ ਕੋਦਰੇ ਦੀ ਰੋਟੀ ਲਿਖੀ ਹੋਈ ਹੈ। ਅੱਜ ਦੇ ਸਮੇਂ ਦੇ ਵਿੱਚ ਕਣਕ ਤੇ ਚੌਲ ਇਲਾਕੇ ਦੇ ਵਿੱਚ ਮਸ਼ਹੂਰ ਹੈ, ਅਸੀਂ ਜ਼ਿਆਦਾ ਖਾਂਦੇ ਹਾਂ। ਕਣਕ ਦਾ ਆਟਾ ਜਾਂ ਚਾਵਲ, ਬਸ ਦੋ ਚੀਜ਼ਾਂ ਮਸ਼ਹੂਰ ਹੈ। ਪੁਰਾਣੇ ਸਮੇਂ ਦੇ ਵਿੱਚ ਬਾਜਰਾ, ਮੱਕੀ, ਕੋਦਰਾ, ਇੱਥੋਂ ਤੱਕ ਕਿ ਜੋ ਕਣਕ ਜੇ ਪੀਸਦੇ ਆ ਉਹਦੇ ਵਿੱਚੋਂ ਛਾਣਦੇ ਵੀ ਨਹੀਂ ਸਨ। ਉਹ ਜੋ ਵੀ ਵਿੱਚੋਂ ਛਾਣ ਜਾਂ ਬੂਰਾ ਨਿਕਲਦਾ ਉਹਨੂੰ ਨਾਲ ਹੀ ਗੁੰਨ ਕੇ ਛਕਦੇ ਸੀ, ਲੰਗਰ ਪ੍ਰਸ਼ਾਦਾ ਛਕਦੇ ਸੀ। ਉਹ ਜਿਹੜੀ ਚੀਜ਼ ਹੈ ਉਹ ਬਹੁਤ ਤਾਕਤਵਰ ਹੁੰਦੀ ਹੈ। ਅਸੀਂ ਜਿਹੜਾ ਛਾਣ ਹੁੰਦਾ ਨਾ ਉਹਨੂੰ ਸੁੱਟ ਦਿੰਦੇ ਹਾਂ ਡਸਟਬਿਨ ਦੇ ਵਿੱਚ। ਚਲੋ ਅੱਜ ਦਾ ਸਮਾਂ, ਕਿਉਂਕਿ ਆਦਤ ਸਾਨੂੰ ਸਾਰਿਆਂ ਨੂੰ ਬਣ ਚੁੱਕੀ ਹੈ, ਅਸੀਂ ਖਾ ਵੀ ਨਹੀਂ ਸਕਦੇ। ਪਰ ਜੇ ਕਿਸੇ ਨੇ ਸ਼ੁਰੂ ਤੋਂ ਉਸ ਤਰ੍ਹਾਂ ਨਾ ਕੀਤਾ ਹੋਵੇ ਤੇ ਉਹ ਸਭ ਕੋਦਰੇ ਦੀ ਰੋਟੀ ਵੀ ਖਾ ਸਕਦਾ, ਬਾਜਰੇ ਦੀ ਵੀ ਖਾ ਸਕਦਾ। ਹੁਣ ਸਾਨੂੰ ਕਿਸੇ ਨੇ ਖਵਾਈ ਨਹੀਂ, ਨਾ ਸਾਨੂੰ ਕਿਸੇ ਨੇ ਬਾਜਰੇ ਦੀ ਖਵਾਈ, ਨਾ ਸਾਨੂੰ ਕੋਦਰੇ ਦੀ ਖਵਾਈ। ਦੱਸੋ ਸਾਨੂੰ ਅੱਜ ਕੋਈ ਖਵਾਏਗਾ? ਮੁਸ਼ਕਿਲ ਹੋਏਗਾ। ਹਾਂ, ਜੇ ਕੋਈ ਸ਼ੁਰੂ ਤੋਂ ਹੀ ਸਾਰੀਆਂ ਚੀਜ਼ਾਂ ਤਰੀਕੇ ਦੇ ਨਾਲ ਵਰਤੇ ਖਾਏ ਤੇ ਉਸ ਨੂੰ ਉਹ ਇਸ ਤਰ੍ਹਾਂ ਨਹੀਂ ਲੱਗਣਗੀਆਂ ਵੀ ਇਹ ਸਵਾਦ ਨਹੀਂ। ਸੋ ਉਸ ਸਮੇਂ, ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਪ੍ਰਸ਼ਾਦੇ ਰੋਟੀਆਂ ਚੱਲਦੀਆਂ ਸਨ। ਸੋ ਇਹ ਕੋਦਰੇ ਦੀ ਰੋਟੀ ਜਿਹੜੀ ਹੈ, ਇਸ ਕਿਉਂਕਿ ਖਾਧਾ ਅਸੀਂ ਵੀ ਨਹੀਂ, ਜੋ ਸੁਣਿਆ ਤੇ ਪੜ੍ਹਿਆ ਵਿਦਵਾਨਾਂ ਨੇ ਦੱਸਿਆ। ਕਿਉਂਕਿ ਇਹ ਚੀਜ਼ ਬਹੁਤ ਘੱਟ ਮਿਲਦੀ ਹੈ। ਆਮ ਸਾਨੂੰ ਦੁਕਾਨਾਂ ਦੇ ਸ਼ਹਿਰ ਦੇ ਵਿੱਚੋਂ ਕੋਈ ਬਿਰਲੀ ਦੁਕਾਨ ਹੋਏਗੀ ਜਿੱਥੋਂ ਤੁਹਾਨੂੰ ਕੋਦਰੇ ਦਾ ਉਹ ਆਟਾ ਜਿਹੜਾ ਪੀਸਿਆ ਕੋਈ ਮਿਲ ਜਾਂਦਾ ਹੈ। ਬਹੁਤ ਘੱਟ ਮਿਲਦਾ, ਵੈਸੇ ਮਿਲਦਾ ਬਹੁਤ ਵੱਡੀਆਂ ਦੁਕਾਨਾਂ ਤੋਂ, ਕਿਉਂਕਿ ਉਹਦੀ ਸੇਲ ਨਹੀਂ ਹੈ, ਖਰਾਬ ਹੋ ਜਾਏਗਾ ਜੇ ਕੋਈ ਰੱਖੇਗਾ। ਸੋ ਕੋਦਰੇ ਦਾ ਪ੍ਰਸ਼ਾਦਾ ਜਿਹੜਾ ਰੋਟੀ ਬਣਾ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਅੱਗੇ ਭਾਈ ਲਾਲੋ ਜੀ ਨੇ ਬੜੇ ਪ੍ਰੇਮ ਦੇ ਨਾਲ ਪਰੋਸ ਕੇ ਰੱਖ ਦਿੱਤੀ। ਜਦੋਂ ਕੋਈ ਪ੍ਰਾਹੁਣਾ ਬਣ ਕੇ ਕਿਸੇ ਦੇ ਘਰ ਜਾਂਦਾ ਹੈ, ਅਸੀਂ ਆਪਣੀ ਗੱਲ ਕਰਦੇ ਹਾਂ, ਜਿਹੜੇ ਜੀਵਨ ਵਾਲੇ ਉਹਨਾਂ ਦੀ ਨਹੀਂ। ਜਦੋਂ ਅਸੀਂ ਮੇਜ਼ ਤੇ ਬਹਿੰਦੇ ਹਾਂ ਜਾਂ ਡਾਈਨਿੰਗ ਟੇਬਲ ਤੇ ਬਹਿੰਦੇ ਹਾਂ, ਜਾਂ ਜਦੋਂ ਚਾਹ ਪੀਣੀ ਹੁੰਦੀ ਹੈ, ਸਾਡੇ ਅੰਦਰ ਖਿੱਚ ਹੁੰਦੀ ਹੈ ਵੀ ਹੁਣ ਕੀ ਆਏਗਾ, ਕੀ ਸਮਾਨ ਛਕਾਂਗੇ, ਵੀ ਆਉਣਾ ਚਾਹੀਦਾ। ਮਨ ਕਹਿੰਦਾ ਵੀ ਸੋਹਣਾ ਆਉਣਾ ਚਾਹੀਦਾ ਸਮਾਨ, ਖਾਣ ਪੀਣ ਵਾਲਾ, ਵੀ ਛਕਣ ਦੇ ਲਈ। ਇਹ ਇੱਛਾ ਹੁੰਦੀ ਸਾਡੀ ਸਾਰਿਆਂ ਦੀ, ਕਿਧਰੇ ਵੀ ਅਸੀਂ ਗੈਸਟ ਬਣ ਕੇ ਗਏ ਹੋਈਏ, ਨੈਚੁਰਲੀ ਹੈ, ਕੋਈ ਗਲਤ ਗੱਲ ਵੀ ਨਹੀਂ ਹੈ, ਅੱਜ ਦੇ ਜ਼ਮਾਨੇ ਵਿੱਚ ਹੁੰਦੀ ਹੈ। ਤੇ ਜੇ ਉਸ ਜਗ੍ਹਾ ਤੇ ਜਿੱਥੋਂ ਸਾਨੂੰ ਖਾਣ ਲਈ ਬਹੁਤ ਜ਼ਿਆਦਾ ਇੱਛਾ ਹੋਵੇ ਤੇ ਉੱਥੇ ਆਵੇ ਕੁਛ ਨਾ, ਫਿਰ ਮਨ ਨਿਰਾਸ਼ ਹੋ ਜਾਂਦਾ। ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ, ਤੇ ਜਦੋਂ ਕੋਦਰੇ ਦੀ ਰੋਟੀ ਹੈ ਤੇ ਮਹਾਰਾਜ ਜੀ ਦੇ ਅੱਗੇ ਵੀ ਪਰੋਸ ਕੇ ਰੱਖੀ ਹੋਈ ਹੈ, ਮਰਦਾਨੇ ਦੇ ਅੱਗੇ ਵੀ ਪਰੋਸ ਕੇ ਰੱਖੀ ਹੋਈ ਹੈ।
ਮਹਾਰਾਜ ਜੀ ਇਸ਼ਾਰਾ ਕਰਦੇ ਨੇ, ਉਸ ਨਿਰੰਕਾਰ ਦਾ ਨਾਮ ਲੈ ਕੇ ਕਹਿੰਦੇ ਭਾਈ ਛਕੋ ਸ਼ਬਦ। ਸੋ ਜਿਵੇਂ ਇਤਿਹਾਸ ਵਿੱਚ ਲਿਖਿਆ ਮਹਾਰਾਜ ਜੀ ਇਹ ਪ੍ਰਸ਼ਾਦਾ ਕੌੜਾ ਹੁੰਦਾ ਹੈ, ਕੌੜਾ। ਜਿਵੇਂ ਅਸੀਂ ਕਹਿੰਦੇ ਮੈਂ ਉਹ ਰੋਟੀ ਨਹੀਂ ਖਾਣੀ, ਮੈਂ ਉਹ ਸਬਜ਼ੀ ਨਹੀਂ ਖਾਣੀ, ਉਹ ਨਾ ਬਣਾਇਓ, ਮੈਨੂੰ ਉਹ ਚੀਜ਼ ਚੰਗੀ ਨਹੀਂ ਲੱਗਦੀ, ਮੈਨੂੰ ਉਹ ਸਵਾਦ ਨਹੀਂ ਲੱਗਦੀ, ਉਹ ਚੀਜ਼ ਸਵਾਦ ਲੱਗਦੀ ਉਹ ਤੁਸੀਂ ਬਣਾਇਓ, ਭਾਵੇਂ ਰੋਜ਼ ਬਣਾ ਲਿਆ ਕਰੋ। ਇਸ ਤਰ੍ਹਾਂ ਹੈ ਨਾ, ਹਰ ਇੱਕ ਦੀ ਚੁਆਇਸ ਹੁੰਦੀ ਹੈ। ਮਰਦਾਨਾ ਜੀ ਨੂੰ ਤੇ ਲੱਗ ਰਹੀ ਹੈ ਉਹ ਕੋਧਰੇ ਦੀ ਰੋਟੀ ਜਿਹੜੀ ਹੈ ਕੌੜੀ, ਮਤਲਬ ਪਹਿਲਾਂ ਦੇਖਣ ਨੂੰ ਕੌੜੀ ਲੱਗ ਰਹੀ ਵੀ ਇਹ ਕੌੜੀ ਹੁੰਦੀ ਇਹ ਖਾਵਾਂਗੇ। ਧਿਆਨ ਦੇਣਾ, ਵਾਹ ਜੀ ਵਾਹ, ਬਣਾਉਣ ਵਿੱਚ ਫਰਕ, ਸਬਜ਼ੀ ਉਹੀ ਹੋਈ। ਜਦੋਂ ਕੋਈ ਟ੍ਰੇਨਡ ਬੰਦਾ ਕੋਈ ਬਣਾਉ, ਇਹ ਆਲੂਆਂ ਦੀ ਸਬਜ਼ੀ ਕੋਈ ਇੰਨੀ ਸਵਾਦ ਬਣਾਉਂਦਾ ਨਾ, ਕਈ ਉਹਦੇ ਅੱਗੇ ਦੂਜੇ ਜਿਹੜੀਆਂ ਮਹਿੰਗੀਆਂ ਸਬਜ਼ੀਆਂ ਜ਼ੀਰੋ ਹੋ ਜਾਂਦੀਆਂ ਨੇ। ਬਣਾਉਣ ਦਾ ਤਰੀਕਾ ਹੋਣਾ ਚਾਹੀਦਾ, ਬਣਾਉਣ ਦਾ ਢੰਗ ਹੋਣਾ ਚਾਹੀਦਾ, ਐਕਸਪਰਟ ਬੰਦਾ ਹੋਣਾ ਚਾਹੀਦਾ। ਉਹ ਉਸ ਦੇ ਵਿੱਚੋਂ ਹੀ ਉਹ ਰਸ ਪੈਦਾ ਕਰ ਦਿੰਦਾ ਹੈ ਵੀ ਕਮਾਲ ਹੋ ਜਾਂਦਾ, ਕਮਾਲ ਹੋ ਜਾਂਦਾ। ਚਲੋ ਨਾਲ ਨਾਲ ਵਿਚਾਰਾਂ ਆ ਜਾਂਦੀਆਂ ਦੁਨਿਆਵੀ, ਪਰ ਹੁੰਦੀਆਂ ਬੜੀਆਂ ਪਿਆਰੀਆਂ ਨੇ। ਪੁਰਾਣੇ ਸਮੇਂ ਦੇ ਵਿੱਚ ਤੁਸੀਂ ਵੀ ਤੇ ਮੈਂ ਵੀ, ਅਸੀਂ ਭੜੋਲੀ ਦੇ ਵਿੱਚ ਜਿਹੜੀ ਇਹ ਦਾਲ ਬਣਦੀ ਸੀ ਉਹ ਖਾਧੀ ਹੈ, ਜਿਹੜੀ ਉਹ 3 ਵਜੇ ਰੱਖ ਦਿੰਦੀਆਂ, 2 ਵਜੇ ਬੀਬੀਆਂ, ਤੇ ਸ਼ਾਮ ਨੂੰ ਹੌਲੀ 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 ਉਹ ਗੋਹਿਆਂ ਜਾਂ ਪਾਥੀਆਂ ਦੇ ਧੂਏਂ ਦੇ ਨਾਲ ਧੁੱਕ ਕੇ ਹੌਲੀ ਹੌਲੀ ਬਣਦੀ ਸੀ। ਉਹ ਸਵਾਦ ਇੰਨੀ ਹੁੰਦੀ ਸੀ, ਉਹਦੀ ਕੋਲੀਆਂ ਭਰ ਕੇ ਪਹਿਲਾਂ ਖਾ ਲੈਂਦੇ ਸਾਂ। ਅਜੇ ਚੌਲ ਬਾਅਦ ਵਿੱਚ ਬਣਦੇ ਸੀ, ਰੋਟੀ ਬਾਅਦ ਵਿੱਚ, ਉਹ ਪਹਿਲਾਂ ਹੀ ਕੋਲੀਆਂ ਭਰ ਕੇ ਖਾ ਲਈਆਂ। ਇੰਨੀ ਸਵਾਦ, ਇੰਨੀ ਸਵਾਦ ਤਰੀਕਾ ਹੈ ਨਾ ਬਣਾਉਣ ਦਾ। ਤੇ ਹੁਣ 15-20 ਮਿੰਟ ਲੱਗਦੇ ਨੇ ਜੀ, ਕੁੱਕਰ ਦੇ ਵਿੱਚ ਪਾਓ, 4 ਸੀਟੀਆਂ ਲਵਾਓ ਤੇ ਅੱਗੇ ਰੱਖ ਦਿਓ, ਤੇ ਉਹ ਦਾਦਰ ਫਾਦਰ ਜਿਹੀ ਪਤਾ ਨਹੀਂ ਉਹਦਾ ਸਵਾਦ ਵੀ ਨਹੀਂ ਮਿਲਦਾ। ਕੈਨੇਡਾ ਦੇ ਵਿੱਚ ਕਿਸੇ ਨੇ ਸਾਡੀ ਰੋਟੀ ਕੀਤੀ, ਮੋਗੇ ਤੋਂ ਪਰਿਵਾਰ ਬੜਾ ਪਿਆਰਾ, ਤੇ ਜਦੋਂ ਉਹਨੇ ਸ਼ਾਮ ਨੂੰ ਦਾਲ ਖਵਾਈ ਤੇ ਮੈਂ ਦਾਲ ਵੱਲ ਦੇਖ ਕੇ ਹੈਰਾਨ ਹੋ ਗਿਆ। ਮੈਂ ਕਿਹਾ ਵੀ ਇਹ ਦਾਲ, ਇਹ ਮੈਂ ਵੈਸੇ ਦਾਲ ਬਹੁਤ ਘੱਟ ਖਾਂਦਾ, ਪਰ ਇਹ ਇੱਦਾਂ ਦੀ ਦਾਲ ਮੈਂ ਜ਼ਿੰਦਗੀ 'ਚ ਨਹੀਂ ਖਾਧੀ। ਇਹ ਕੀ ਚੀਜ਼ ਹੈ, ਕਿੱਦਾਂ ਬਣਾਈ ਹੈ? ਉਹ ਕਹਿੰਦੇ ਵੀ ਤੁਸੀਂ ਹਾਰਾ ਭੜੋਲੀਆਂ ਜਾਣਦੇ ਹੋ? ਮੈਂ ਕਿਹਾ ਹਾਂ। ਕਹਿੰਦੇ ਜਿਵੇਂ ਉੱਥੇ 3-3, 4-4, 5-5 ਘੰਟੇ ਵਿੱਚ ਬਣਦੀ ਸੀ। ਕਹਿੰਦੇ ਅਸੀਂ ਜਦੋਂ ਜੋਬ 'ਤੇ ਸਵੇਰੇ ਚੱਲੇ ਸੀ, ਇੱਥੇ ਇੱਕ ਮਸ਼ੀਨ ਮਿਲਦੀ ਹੈ, ਉਹਦੇ ਵਿੱਚ ਅਸੀਂ ਸਵੇਰੇ ਦਾਲ ਪਾ ਦਿੱਤੀ ਤੇ ਆ ਕੇ 10-12 ਘੰਟੇ ਬਾਅਦ ਕੱਢੀ, ਉਹ ਮੱਠੀ ਇਹ ਸਵੇਰ ਦੀ ਪੱਕਦੀ ਪਈ ਹੈ ਤੇ ਇਹ 10-11 ਘੰਟੇ ਵਿੱਚ ਪੱਕੀ ਹੈ, ਤੇ ਦੇਖੋ ਇਹਦਾ ਰਸ ਵਾਕਈ। ਮੈਂ ਕਮਾਲ ਹੈ, ਇੰਨੀ ਸਵਾਦ। ਇੱਕ ਬਣਦੀ ਹੈ 20 ਮਿੰਟ ਦੇ ਵਿੱਚ, ਇੱਕ ਬਣਦੀ ਹੈ 12 ਘੰਟੇ ਵਿੱਚ, ਤੇ ਫਰਕ ਤੇ ਹੋਏਗਾ। ਸੋ ਸਾਹਮਣੇ ਹੈ ਕੋਧਰੇ ਦੀ ਰੋਟੀ, ਤੇ ਮਰਦਾਨਾ ਜੀ ਨੂੰ ਹੁਣ ਛਕਣ ਨੂੰ ਦਿਲ ਨਹੀਂ ਕਰਦਾ। ਮਹਾਰਾਜ ਜੀ ਕਹਿੰਦੇ ਭਾਈ ਇਹ ਰੋਟੀ ਨਹੀਂ ਹੈ, ਵੈਸੇ ਅੰਨ ਦੇਵਤਾ ਪਾਣੀ ਦੇਵਤਾ ਕਿਹਾ, ਇਹ ਮਹਾਰਾਜ ਜੀ ਕਹਿੰਦੇ ਇਹ ਤੂੰ ਛਕ ਕੇ ਦੇਖੇ ਤੇ ਅੰਮ੍ਰਿਤ ਹੈ। ਇਹ ਭਾਈ ਲਾਲੋ ਜਿਹੜਾ, ਇਹ ਬਹੁਤ ਰੱਬ ਦਾ ਪਿਆਰਾ ਬੰਦਾ ਹੈ, ਇਮਾਨਦਾਰ ਇਨਸਾਨ ਹੈ, 10 ਨੋਹਾਂ ਦੀ ਕਿਰਤ ਕਰਨ ਵਾਲਾ ਹੈ, ਸੱਚੀ ਸੁੱਚੀ ਕਿਰਤ। ਪ੍ਰੋਫੈਸਰ ਸਾਹਿਬ ਸਿੰਘ ਨੂੰ ਪੜ੍ਹੋ, ਕਹਿੰਦੇ ਰੱਬ ਦੀ ਬੰਦਗੀ ਹੈ, ਪੂਜਾ ਹੈ, ਕਿਰਤ ਨੂੰ ਪੂਜਾ ਕਹਿ ਦਿੱਤਾ। ਪ੍ਰੋਫੈਸਰ ਸਾਹਿਬ ਸਿੰਘ ਜੀ ਬਹੁਤ ਵੱਡੇ ਵਿਦਵਾਨ ਹੋਏ ਨੇ, ਉਹਨਾਂ ਨੂੰ ਪੜ੍ਹਦੇ ਹੁੰਦੇ ਸੀ ਬਚਪਨ ਵਿੱਚ, ਬੜੇ ਸਰਲੇਖ ਲਿਖ ਕੇ ਕਾਪੀਆਂ ਭਰੀਆਂ। ਅੱਜ ਮੈਨੂੰ ਯਾਦ ਹੈ, ਸੱਚੀ ਸੁੱਚੀ ਕਿਰਤ ਰੱਬ ਦੀ ਪੂਜਾ, ਇਹ ਹੈਡਿੰਗ ਲੈ ਕੇ ਅੱਗੇ ਫਿਰ ਲਿਖੀ ਦਾ ਹੁੰਦਾ ਸੀ, ਮੈਨੂੰ ਯਾਦ ਹੈ। ਇਹ ਸੱਚੀ ਸੁੱਚੀ ਜਿਹੜੀ ਕਿਰਤ ਹੈ, ਮਹਾਰਾਜ ਜੀ ਕਹਿੰਦੇ ਭਾਈ ਇਹ ਕੋਧਰੇ ਦਾ ਕੌੜਾ ਪ੍ਰਸ਼ਾਦਾ ਨਹੀਂ, ਅੰਮ੍ਰਿਤ ਹੈ, ਇਹਦੇ ਵਿੱਚ ਰਸ ਹੈ। ਕਿਉਂਕਿ ਉਹਦੇ ਸੱਦੇ ਜਿਹੜੇ ਨੇ ਮਲਕ ਭਾਗੋ ਦੇ ਵੀ ਆਉਂਦੇ ਨੇ, ਖੀਰ ਪੂੜੀਆਂ ਕੜਾ, ਪਰ ਮਹਾਰਾਜ ਜੀ ਉਧਰ ਨਹੀਂ ਜਾਂਦੇ, ਉਧਰ ਨਹੀਂ ਜਾਂਦੇ। ਮੈਂ ਤੁਹਾਡੇ ਨਾਲ ਵਿਚਾਰ ਕੀਤੀ ਸੀ ਵੀ ਗੁਰੂ ਨਾਨਕ ਮਹਾਰਾਜ ਨੂੰ ਅਸੀਂ ਵੀ ਆਪਣੇ ਘਰ ਬੁਲਾਉਣਾ, ਤੇ ਜਦੋਂ ਮਰਦਾਨਾ ਜੀ ਗੁਰੂ ਨਾਨਕ ਮਹਾਰਾਜ ਦੇ ਹੁਕਮ ਦੇ ਨਾਲ ਗਰਾਈ ਜਾਂ ਬੁਰਕੀ ਨੂੰ ਤੋੜ ਕੇ ਆਪਣੇ ਮੁਖ ਵਿੱਚ ਪਾਉਂਦੇ ਨੇ, ਤੇ ਮਹਾਰਾਜ ਜੀ ਵੱਲ ਦੇ ਕੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਇੰਨਾ ਸਵਾਦ ਪ੍ਰਸ਼ਾਦਾ ਮੈਨੂੰ ਤਾਂ ਕਦੀ ਛਕਣ ਨੂੰ ਨਹੀਂ ਮਿਲਿਆ। ਇਹ ਹੈ ਕੋਧਰੇ ਦੀ ਰੋਟੀ, ਜੋ ਰੀਠੇ ਮੀਠੇ ਕਰ ਸਕਦਾ, ਉਹ ਕੋਧਰੇ ਦੀ ਰੋਟੀ ਨੂੰ ਕਿਉਂ ਨਹੀਂ ਅੰਮ੍ਰਿਤ ਵਰਗਾ ਬਣਾ ਸਕਦਾ? ਜੋ ਸੱਜਣ ਵਰਗੇ ਪਾਪੀਆਂ ਨੂੰ ਤਾਰ ਕੇ ਗੁਰਸਿੱਖ ਜਾਂ ਸਾਧੂ ਜਾਂ ਸੰਤ ਬਣਾ ਸਕਦਾ, ਪਿਆਰਾ ਬਣਾ ਸਕਦਾ, ਉਹ ਕਿਉਂ ਨਹੀਂ ਰਸ ਭਰ ਸਕਦਾ? ਉਹ ਜ਼ੁਬਾਨ ਦੇ ਵਿੱਚ ਰਸ ਭਰ ਦਿੰਦਾ ਹੈ, ਉਹ ਜੀਵਨ ਵਿੱਚ ਰਸ ਭਰ ਦਿੰਦਾ ਹੈ, ਉਹ ਸਾਡੇ ਪ੍ਰਸ਼ਾਦਿਆਂ ਵਿੱਚ ਬਰਕਤਾਂ ਲੈ ਆਉਂਦਾ ਹੈ। ਇਸ ਕਰਕੇ ਜਦੋਂ ਪ੍ਰਸ਼ਾਦਾ ਛਕਿਆ ਤੇ ਨਿਹਾਲ ਹੋ ਗਏ,
ਤੇ ਗੁਰੂ ਨਾਨਕ ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਦੇ ਪਾਤਰ ਭਾਈ ਲਾਲੋ ਜੀ ਬਣੇ। ਸੋ ਮੈਂ ਸਿਰਫ ਇਹੀ ਬੇਨਤੀ ਕੀਤੀ, ਹੁਣ ਮਲਕ ਭਾਗੋ ਵੱਲ ਨਹੀਂ ਅਸੀਂ ਜਾਣਾ, ਸਮਾਂ ਹੋ ਗਿਆ, ਉਧਰ ਨਹੀਂ ਗਏ ਸੀ ਕਿਉਂਕਿ ਆਪ ਜੀ ਨੇ ਬੜੀ ਵਾਰ ਸੁਣਿਆ ਉਸ ਦੇ ਹੰਕਾਰ ਕਰਕੇ ਔਰ ਉਸ ਦੀ ਗਲਤ ਕਮਾਈ ਕਰਕੇ ਉਹਨੂੰ ਪਸੰਦ ਨਹੀਂ ਕੀਤਾ ਤੇ ਭਾਈ ਲਾਲੋ ਨੂੰ ਪਸੰਦ ਕੀਤਾ, ਉਹਦੇ ਘਰ ਆਉਂਦਾ। ਇਸ ਕਰਕੇ ਜਿਸ ਦੀ ਨੀਅਤ ਸੱਚੀ ਹੋਏਗੀ, ਜਿਸ ਦੀ ਕਮਾਈ ਚੰਗੀ ਹੋਏਗੀ, ਜਿਸ ਦੇ ਅੰਦਰ ਖਿੱਚ ਹੋਏਗੀ ਗੁਰੂ ਨਾਨਕ ਨੂੰ ਬੁਲਾਉਣ ਦੀ, ਗੁਰੂ ਨਾਨਕ ਮਹਾਰਾਜ ਜੀ ਉਹਦੇ ਘਰ ਆਉਣਗੇ। ਮੈਂ ਪਹਿਲਾਂ ਵੀ ਪਿਛਲੇ ਦਿਨਾਂ ਵਿੱਚ ਬੇਨਤੀ ਕੀਤੀ, ਦਿਖਾਵੇ ਕਰਕੇ ਨਹੀਂ ਵੀ ਦਿਖਾਵੇ ਕਰਕੇ ਉਸ ਨੇ ਇਸ ਤਰ੍ਹਾਂ ਕੀਤਾ ਤੇ ਮੈਂ ਵੀ ਕਿਉਂ ਪਿੱਛੇ ਰਵਾਂ, ਮੈਂ ਵੀ ਕਰਨਾ, ਨਹੀਂ। ਭਾਵਨਾ ਦੇ ਨਾਲ ਸੰਗਤ ਨੂੰ ਆਪਣੇ ਘਰ ਜ਼ਰੂਰ ਬੁਲਾਉਣਾ ਚਾਹੀਦਾ, ਭਾਵੇਂ ਕੁਛ ਵੀ ਕੀਤਾ ਜਾਏ। ਬਹੁਤਾ ਨਹੀਂ ਵੀ ਅਸੀਂ ਬਹੁਤ ਜ਼ਿਆਦਾ ਖਰਚ ਕਰਨੇ ਨੇ ਤੇ ਤਾਂ ਹੀ ਹੈ ਵੀ ਹੁਣ ਖਰਚ ਕਰ ਨਹੀਂ ਸਕਦੇ ਫਿਰ ਕਰਾਂਗੇ, ਨਹੀਂ, ਫਿਰ ਤੇ ਕਦੀ ਗੱਲ ਛੱਡੀ ਦੀ ਨਹੀਂ ਹੈ, ਛੱਡੀ ਦੀ ਨਹੀਂ। ਕਦੀ ਕਿਸੇ ਨੂੰ ਨਹੀਂ ਕਿਹਾ ਗਿਆ ਵੀ ਤੁਸੀਂ ਗੁਰੂ ਨਾਨਕ ਦੀ ਸੰਗਤ ਨੂੰ ਘਰ ਬੁਲਾਉਣਾ ਤੇ ਇਹ ਚੀਜ਼ ਬਣਾਉਣੀ ਹੈ। ਮੈਨੂੰ ਨਹੀਂ ਦੱਸਿਆ ਜਾਂਦਾ ਕਿਸੇ ਨੂੰ, ਇਹ ਹੋਟਲ ਨਹੀਂ ਹੈ। ਸਿਰਫ ਇੱਕ ਆਉਣ ਲਈ ਕੇਵਲ ਕੜਾ ਪ੍ਰਸ਼ਾਦੀ ਦੇਗ ਵੀ ਬਣੀ ਹੋਵੇ ਤੇ ਸੰਗਤ ਦੇ ਚਰਨ ਪੈ ਸਕਦੇ ਨੇ। ਤੁਹਾਨੂੰ ਕਿਸੇ ਨੇ ਮਨਾ ਕੀਤਾ? ਇਸ ਵੇਲੇ ਜੀ ਕਈ ਕਹਿ ਦਿੰਦੇ ਨੇ ਕਿਵੇਂ ਕਰਨਾ ਬਾਬਾ ਜੀ ਨਾ ਅਗਲੀ ਵਾਰ ਕਰਾਂਗੇ ਕਿਉਂਕਿ ਪੈਸੇ ਨਹੀਂ ਹੈ। ਭਾਈ ਇੱਦਾਂ ਦੀ ਗੱਲ ਤਾਂ ਹੈ ਹੀ ਨਹੀਂ, ਕਿਲੋ ਦੇਗ ਲੱਗਦੀ ਹੈ, ਕਿਲੋ ਪ੍ਰਸ਼ਾਦ ਬਣਾ ਲੈ, ਕੜਾ ਪ੍ਰਸ਼ਾਦੀ ਦੇਗ, ਸਤਸੰਗ ਹੋਵੇ ਉਹਦੇ ਨਾਲੋਂ ਵੱਡਾ ਭੋਜਨ ਕੀ ਹੈ? ਹੋਰ ਉਹ ਤੇ ਕੋਈ ਪੇਟ ਭਰਨ ਥੋੜੋ ਜਾਣਾ, ਅਸੀਂ ਤੇ ਆਤਮਾ ਦੀ ਖੁਰਾਕ ਤੇ ਗੁਰੂ ਨਾਨਕ ਦੇ ਗੁਣ ਗਾਉਣੇ ਨੇ ਥਾਂ ਥਾਂ ਤੇ ਜਾ ਨਾ ਕਿ ਅਸੀਂ ਖੀਰ ਪੂੜੀਆਂ ਵੱਲ ਧਿਆਨ ਥੋੜੋ ਦੇਣਾ। ਮਿਲ ਜਾਣ ਤਾਂ ਵੀ ਠੀਕ, ਨਾ ਮਿਲਣ ਤਾਂ ਵੀ ਠੀਕ, ਕੋਈ ਗੱਲ ਕਿੰਨਾ ਕੁ ਛਕਣਾ। ਵੈਸੇ ਆ ਨਿਹੰਗ ਸਿੰਘ ਆਪਣੇ ਬੜੇ ਪਿਆਰੇ ਨੇ, ਉਹ ਜਦੋਂ ਦੇਗ ਦਿੰਦੇ ਨਾ ਇੱਦਾਂ ਇੱਦਾਂ ਦਿੰਦੇ ਨੇ, ਗੱਫਾ ਪੂਰਾ ਵੜ ਕੇ, ਉਹ ਹੱਥ ਨਾਲ ਦੋਨਾਂ ਹੱਥਾਂ 'ਚ ਆਉਂਦੀ ਹੈ ਪਰ ਇੱਦਾਂ ਹੀ ਛਕਣੀ ਪੈਂਦੀ ਇਸ ਤਰ੍ਹਾਂ। ਗੱਫਾ ਤੇ ਦੇਗ ਦਾ ਹੀ ਬਹੁਤ ਹੁੰਦਾ, ਦੇਗ ਤੋਂ ਵੱਧ ਹੋਰ ਕੀ ਚੀਜ਼ ਹੈ, ਪਰ ਜੇ ਸਾਨੂੰ ਇਸ ਦੀ ਇੰਪੋਰਟੈਂਸ ਦਾ ਪਤਾ ਲੱਗ ਜਾਏ। ਸੋ ਗੁਰੂ ਨਾਨਕ ਮਹਾਰਾਜ ਨੂੰ ਅਸੀਂ ਆਪਣੇ ਗ੍ਰਹਿ, ਆਪਣੇ ਘਰ ਵਿਖੇ ਬੁਲਾਉਣਾ, ਅਸੀਂ ਬੁਲਾਉਣਾ, ਅਸੀਂ ਬੁਲਾਉਣਾ, ਗੁਰੂ ਨਾਨਕ ਨੂੰ ਯਾਦ ਕਰਨਾ। ਆ ਜੋ ਤੁਸੀਂ ਰੋਜ਼ ਸੁਣਦੇ ਹੋ ਨਾ ਸਿਫਤ, ਇਹਨੂੰ ਹੀ ਕਹਿੰਦੇ ਨੇ ਗੁਰੂ ਨਾਨਕ ਮਹਾਰਾਜ ਨੂੰ ਆਪਣੇ ਘਰ ਵਿੱਚ ਬੁਲਾਉਣਾ। ਗੁਰੂ ਨਾਨਕ ਮਹਾਰਾਜ ਜੀ ਨੇ ਸਾਡਾ ਪ੍ਰੇਮ, ਸਾਡੀ ਸ਼ਰਧਾ, ਸਾਡੀ ਅੰਦਰਲੀ ਵੇਦਨਾ ਨੂੰ ਇਹ ਭੋਜਨ ਛਕਣਾ। ਹੋਰ ਗੁਰੂ ਨਾਨਕ ਨੇ ਹੁਣ ਸਰੀਰ ਤੇ ਉਹਨਾਂ ਦਾ ਨਹੀਂ ਹੈ, ਹੁਣ ਸ਼ਬਦ ਰੂਪ ਦੇ ਵਿੱਚ ਹੁਣ ਉਹਨਾਂ ਨੇ ਕੀ ਛਕਣਾ? ਸਾਡੇ ਕੋਲੋਂ ਕਹਿਣਾ ਮੈਨੂੰ ਭਾਵਨਾ ਦੇ, ਭਾਵਨਾ ਮੈਨੂੰ ਪ੍ਰੇਮ ਛਕਾ, ਮੈਨੂੰ ਮਤਲਬ ਭਾਵਨਾ ਚਾਹੀਦੀ, ਤੇਰਾ ਪ੍ਰੇਮ ਚਾਹੀਦਾ, ਤੇਰੀ ਖਿੱਚ ਚਾਹੀਦੀ, ਤੇਰੇ ਵਿੱਚੋਂ ਵਿਰਾਗ ਚਾਹੀਦਾ। ਤੇਰੇ ਘਰ ਵਿਰਾਗ ਦਾ ਪ੍ਰਸ਼ਾਦਾ ਬਣੇ, ਤੇਰੇ ਘਰ ਪ੍ਰੇਮ ਦਾ ਪ੍ਰਸ਼ਾਦਾ ਬਣੇ। ਇਹ ਗੁਰੂ ਨਾਨਕ ਦੀ ਖੁਰਾਕ ਹੈ, ਜਿਹਦੀ ਕਰ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਵਿਰਾਗ, ਪ੍ਰੇਮ, ਵੇਦਨਾ, ਖਿੱਚ ਦਾ ਪ੍ਰਸ਼ਾਦਾ ਬਣਿਆ ਤੇ ਗੁਰੂ ਨਾਨਕ ਮਹਾਰਾਜ ਜੀ ਆ ਕੇ ਛਕ ਲੈਣਗੇ। ਜੇ ਨਹੀਂ ਬਣਿਆ ਤੇ ਤਿਆਰੀ ਕਰ। ਸੋ ਆਖਰੀ ਪੰਕਤੀ ਸੀ, ਸਗਲ ਦੁੱਖਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਸਾਰੇ ਦੁੱਖਾਂ ਦਾ ਨਾਸ਼ ਹੋ ਜਾਏਗਾ। ਗੁਣਾਂ ਦਾ ਖਜ਼ਾਨਾ ਹੈ ਨਾਨਕ, ਔਰ ਨਾਨਕ ਦਾ ਨਾਮ, ਉਸ ਨੂੰ ਜਪ। ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਬੜੀ ਚੜ੍ਹਦੀ ਕਲਾ ਦੇ ਵਿੱਚ ਮਹਾਰਾਜ ਜੀ ਨੇ ਸੇਵਾ ਲਈ ਹੈ। ਇੰਨੀ ਸੇਵਾ ਪ੍ਰਵਾਨ ਭੁੱਲ ਚੁੱਕਿਆਂ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।